ਕਾਂਚੀ ਟੀਵੀ ਨਾਲ ਜੁੜ ਬੈਠੇ ਸਾਰੇ ਦੋਸਤ ਮਿੱਤਰ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਭੁਪਿੰਦਰ ਅਹੀਰ ਵੱਲੋਂ ਜੈ ਗੁਰਦੇਵ ਧੰਨ ਗੁਰਦੇਵ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਨਮਸਤੇ। ਆਪ ਨੂੰ ਆਪ ਜੀ ਦੇ ਘਰ ਵਿੱਚ ਬੈਠਿਆਂ ਅੱਜ ਦਾ ਦਿਨ ਮੁਬਾਰਕ ਹੋਵੇ। ਹਰ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਿਆ ਕਰਦੇ ਹਾਂ ਸਤਿਗੁਰੂ ਰਵਿਦਾਸ ਜੀ ਦੇ ਮਿਸ਼ਨ ਦੀ, ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੀ ਤੇ ਹੋਰ ਗੁਰੂ ਪੀਰਾਂ ਦੀ ਬਾਣੀ ਦੇ ਵਿੱਚੋਂ ਐਗਜ਼ਾਮਪਲਸ ਲੈ ਕੇ ਅਸੀਂ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਿਆ ਕਰਦੇ ਹਾਂ। ਗੁਰੂਆਂ ਦੀ ਬਾਣੀ ਦੇ ਵਿੱਚੋਂ ਸਾਨੂੰ ਬਹੁਤ ਕੁਝ ਮਿਲਦਾ ਹੈ। ਗੁਰੂਆਂ ਦੀ ਬਾਣੀ ਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਮਿਲਦੀਆਂ ਹਨ। ਉਹਨਾਂ ਨੂੰ ਹੌਲੀ ਹੌਲੀ ਸਾਡੇ ਦਿਮਾਗ ਦੀਆਂ ਕੱਲੀ ਕੱਲੀ ਨਾੜ ਤੱਕ ਪਹੁੰਚਾਉਣ ਦਾ ਉਹ ਕੰਮ ਬਹੁਤ ਮੁਸ਼ਕਲ ਹੈ। ਅਸੀਂ ਕੋਸ਼ਿਸ਼ ਕਰਿਆ ਕਰਦੇ ਹਾਂ ਕਿ ਜਿਸ ਤਰ੍ਹਾਂ ਇੱਕ ਡ੍ਰੌਪ ਦੇ ਨਾਲ ਉਸ ਕਿਸੇ ਚੀਜ਼ ਦਾ ਕਿਸੇ ਦਵਾਈ ਦਾ ਅਸਰ ਹੁੰਦਾ ਹੈ, ਅਗਰ ਉਸੇ ਤਰ੍ਹਾਂ ਹੀ ਬਾਣੀ ਦਾ ਸ਼ਬਦਾਂ ਦਾ ਸਾਡੇ ਤੇ ਅਸਰ ਹੋ ਜਾਵੇ ਤੇ ਸਾਨੂੰ ਗੁਰੂ ਜੀ ਦੀ ਬਲੈਸਿੰਗ ਦੇ ਨਾਲ, ਸਾਨੂੰ ਗੁਰੂ ਜੀ ਦੀ ਮਿਹਰ ਦੇ ਨਾਲ ਸਾਡੇ ਜੀਵਨ ਦਾ, ਸਾਡੀ ਲਾਈਫ ਦਾ ਇੱਕ ਚੰਗੇ ਰਸਤੇ ਤੇ ਜਾਣ ਦਾ ਸਾਨੂੰ ਇੱਕ ਰਸਤਾ ਮਿਲ ਜਾਂਦਾ ਹੈ। ਬਾਣੀ ਦੇ ਵਿੱਚ ਹੀ ਲਿਖਿਆ ਆਉਂਦਾ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤ ਗੁਰ ਕਾ ਦਰਸ਼ਨ ਪਾਏ ਜਿਓ। ਗੁਰੂ ਜੀ ਦੇ ਦਰਸ਼ਨ ਪਾਉਣਾ, ਗੁਰੂ ਜੀ ਦੀ ਬਾਣੀ ਨੂੰ ਸੁਣਨਾ, ਗੁਰੂ ਜੀ ਦੀ ਬਾਣੀ ਦੇ ਕੋਲੋਂ ਕੁਛ ਨਾ ਕੁਛ ਸਿੱਖਣਾ, ਸਾਨੂੰ ਉਹ ਇੱਕ ਚੰਗੇ ਪਾਸੇ ਵੱਲ ਜਾਣ ਦਾ ਕੋਈ ਨਾ ਕੋਈ ਇੱਕ ਰਸਤਾ ਦਿਖਦਾ ਹੈ। ਸਾਡੀ ਜ਼ਿੰਦਗੀ ਹਨੇਰੇ ਦੇ ਵਿੱਚ ਹੀ ਰਹਿੰਦੀ ਹੈ। ਸਾਡੀ ਜ਼ਿੰਦਗੀ ਹਮੇਸ਼ਾ ਡਾਰਕ ਪਾਸੇ ਵੱਲ ਹੀ ਜਾਂਦੀ ਰਹਿੰਦੀ ਹੈ, ਨੀਵੇਂ ਪਾਸੇ ਵੱਲ ਹੀ ਜਾਂਦੀ ਰਹਿੰਦੀ ਹੈ। ਪਰ ਅਸੀਂ ਉਸ ਨੂੰ ਲਾਈਟ ਵੱਲ ਲਿਜਾਣ ਦੇ ਲਈ ਸਾਨੂੰ ਗੁਰੂਆਂ ਦੇ ਸ਼ਬਦਾਂ ਨਾਲ, ਗੁਰੂਆਂ ਦੀ ਬਾਣੀ ਦੇ ਨਾਲ, ਗੁਰੂਆਂ ਦੇ ਪ੍ਰਚਾਰ ਦੇ ਨਾਲ, ਗੁਰੂਆਂ ਦੇ ਮੈਸੇਜ ਦੇ ਵਿੱਚੋਂ ਸਾਨੂੰ ਕੁਛ ਨਾ ਕੁਛ ਸਿੱਖਣਾ ਪੈਂਦਾ ਹੈ। ਅਸੀਂ ਕੋਸ਼ਿਸ਼ ਕਰਿਆ ਕਰਦੇ ਹਾਂ ਕਿ ਆਪਣੀ ਮਤ ਦੇ ਮੁਤਾਬਕ ਗੁਰੂ ਜੀ ਦੇ ਸ਼ਬਦਾਂ ਨੂੰ ਆਪ ਜੀ ਨਾਲ ਸਾਂਝੇ ਕਰ ਸਕੀਏ। ਮੇਰੇ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਹਮੇਸ਼ਾ ਤਰ੍ਹਾਂ ਸਾਥ ਦੇ ਰਹਿਣੇ ਨਤਾਸ਼ਾ ਜੀ ਜੈ ਗੁਰਦੇਵ ਧੰਨ ਗੁਰਦੇਵ। ਇੱਕ ਵਾਰੀ ਫਿਰ ਮੇਰੇ ਵੱਲੋਂ ਤੇ ਨਤਾਸ਼ਾ ਵੱਲੋਂ ਆਪ ਸਾਰਿਆਂ ਨੂੰ ਹੀ ਜੈ ਗੁਰਦੇਵ ਧੰਨ ਗੁਰਦੇਵ। ਗੁਰੂ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ, ਕੂਪ ਭਰਿਓ ਜੈਸੇ ਦਾਦਰਾ, ਕੁਛ ਦੇਸ਼ ਵਿਦੇਸ਼ ਨ ਬੂਝ, ਐਸਾ ਮੇਰਾ ਮਨ ਵਿਖਿਆ ਬਮੋਇਆ, ਕੁਛ ਆਰਾ ਪਾਰ ਨਾ ਸੂਝ, ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ। ਅਗਰ ਇੱਕ ਛਿਨ ਦੇ ਲਈ, ਇੱਕ ਸੈਕਿੰਡ ਦੇ ਲਈ, ਫਿਊ ਸੈਕਿੰਡਸ ਦੇ ਲਈ ਸਾਨੂੰ ਉਸ ਪਰਮ ਆਤਮਾ ਦੇ ਦਰਸ਼ਨ ਹੋ ਜਾਣ। ਜਿਸ ਤਰ੍ਹਾਂ ਕਹਿੰਦੇ ਨੇ ਕਿ ਅਗਰ ਇੱਕ ਕਮਰਾ ਬਹੁਤ ਹੀ ਡਾਰਕ ਹੋਵੇ, ਹਨੇਰਾ ਹੋਵੇ, ਉੱਥੇ ਇੱਕ ਸੈਕਿੰਡ ਦੇ ਲਈ ਅਸੀਂ ਲਾਈਟ ਨੂੰ ਔਨ ਕਰ ਦਈਏ, ਸਵਿਚ ਔਨ ਕਰ ਦਈਏ ਤੇ ਸਾਨੂੰ ਲਾਈਟ ਚਾਨਣ ਦਿਖਦਾ ਹੈ, ਸਾਨੂੰ ਹਰ ਇੱਕ ਚੀਜ਼ ਦਿਖਦੀ ਹੈ। ਅਗਰ ਉੱਥੇ ਹਨੇਰਾ ਹੋਵੇ ਤਾਂ ਸਾਨੂੰ ਕੁਝ ਵੀ ਦਿਖਦਾ ਨਹੀਂ। ਉਸ ਚਾਨਣ ਦੀ ਗੱਲ ਕਰਦੇ ਨੇ ਗੁਰੂ ਜੀ ਕਿ ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ। ਸਾਨੂੰ ਜ਼ਿੰਦਗੀ ਦੇ ਵਿੱਚੋਂ ਚੰਗੇ ਪਾਸੇ ਆਉਣ ਦਾ ਇੱਕ ਰਸਤਾ ਮਿਲ ਜਾਵੇ। ਅਦਰਵਾਈਜ਼ ਅਸੀਂ ਇੱਕ ਖੂਹ ਦੇ ਡੱਡੂ ਦੀ ਤਰ੍ਹਾਂ ਹੀ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਦੇ ਚਲੇ ਆ ਰਹੇ ਹਾਂ। ਕਿਉਂਕਿ ਗੁਰੂ ਜੀ ਅਗਲੇ ਲਾਈਨਾਂ ਵਿੱਚ ਲਿਖਦੇ ਹਨ, ਗੁਰੂ ਜੀ ਨੇ ਜਿੰਨੇ ਵੀ ਸ਼ਬਦ ਲਿਖੇ ਹਨ ਉਹਨਾਂ ਨੇ ਐਗਜ਼ਾਮਪਲਸ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਸਾਡੀ ਮੱਤ ਨੂੰ ਧੋਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਸਾਨੂੰ ਜ਼ਿੰਦਗੀ ਦਾ ਇੱਕ ਚੰਗਾ ਰਸਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ, ਕਰੋ ਕਿਰਪਾ ਭਰਮ ਚੁਕੀ, ਮੈਂ ਸੁਮਤ ਦੇ ਸਮਝਾਏ, ਜੋ ਗੀਸਰ ਪਾਵੇ ਨਹੀਂ ਤੋ ਅਗਤ ਕਥਨ ਉਪਾਰ, ਪ੍ਰੇਮ ਭਗਤੀ ਕੇ ਕਾਰਣੇ ਕਹੇ ਰਵਿਦਾਸ ਜਮਾਲ। ਸਤਿਗੁਰੂ ਰਵਿਦਾਸ ਜੀ ਦਾ ਮੈਸੇਜ, ਸਤਿਗੁਰੂ ਰਵਿਦਾਸ ਜੀ ਦਾ ਪੈਗਾਮ, ਸਤਿਗੁਰੂ ਰਵਿਦਾਸ ਜੀ ਦੀ ਬਾਣੀ, ਸਤਿਗੁਰੂ ਰਵਿਦਾਸ ਜੀ ਦਿੱਤੇ ਹੋਏ ਆਦੇਸ਼ ਸਾਨੂੰ ਜ਼ਿੰਦਗੀ ਨੂੰ ਇੱਕ ਚੰਗੇ ਰਸਤੇ ਤੇ ਲਿਜਾਣ ਦਾ ਰਸਤਾ ਦਿਖਾਉਂਦੇ ਹਨ। ਅਸੀਂ ਪਿਛਲੇ ਹਫਤੇ ਗੱਲ ਕੀਤੀ ਸੀ ਗੁਰੂ ਜੀ ਦੇ ਸ਼ਬਦਾਂ ਦੇ ਬਾਰੇ ਵਿੱਚ, ਗੁਰੂ ਜੀ ਦੀ ਬਾਣੀ ਦੇ ਬਾਰੇ ਵਿੱਚ। ਅਸੀਂ ਅਕਸਰ ਹਮੇਸ਼ਾ ਹੀ ਗੱਲ ਕਰਿਆ ਕਰਦੇ ਹਾਂ, ਸਾਂਝੀਵਾਲਤਾ ਦੀ ਗੱਲ ਕਰਿਆ ਕਰਦੇ ਹਾਂ, ਇੱਕ ਕਾਮਨ ਪਲੇਟਫਾਰਮ ਦੀ ਗੱਲ ਕਰਿਆ ਕਰਦੇ ਹਾਂ, ਇੱਕ ਆਪਸੀ ਭਾਈਚਾਰੇ ਦੀ ਗੱਲ ਕਰਿਆ ਕਰਦੇ ਹਾਂ, ਗੁਰੂਆਂ ਦੀ ਬਾਣੀ ਦੀ ਗੱਲ ਕਰਿਆ ਕਰਦੇ ਹਾਂ। ਅੱਵਲ ਅੱਲਾ ਨੂਰ ਅਪਾਇਆ, ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੋਂ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਗੁਰੂ ਜੀ ਦੀ ਬਾਣੀ ਨੂੰ ਵਿਖਿਆਨ ਕਰਨਾ ਜਾਂ ਉਸ ਨੂੰ ਐਕਸਪਲੇਨ ਕਰਨਾ ਦੇ ਨਾਲੋਂ ਉਸ ਨੂੰ ਸਮਝਣਾ ਜਾਂ ਉਸ ਦੇ ਉੱਤੇ ਅਸਰ ਕਰਨਾ ਇੱਕ ਬਹੁਤ ਹੀ ਔਖਾ ਲੱਗਦਾ ਹੈ। ਸੌਖਾ ਵੀ ਲੱਗਦਾ ਹੈ, ਔਖਾ ਵੀ ਲੱਗਦਾ ਹੈ। ਅਗਰ ਅਸੀਂ ਉਸ ਨੂੰ ਸਹੀ ਤਰੀਕੇ ਦੇ ਨਾਲ ਅਸੀਂ ਆਪਣੀ ਉਸ ਪਾਸੇ ਵੱਲ ਚੱਲ ਪਈਏ ਤੇ ਉਸ ਰਸਤਾ ਸਾਡੇ ਲਈ ਸੌਖਾ ਬਣ ਜਾਂਦਾ ਹੈ। ਅਦਰਵਾਈਜ਼ ਅਸੀਂ ਡਾਰਕਨੈਸ ਵਾਲੇ ਪਾਸੇ, ਹਨੇਰੇ ਪਾਸੇ ਹੀ ਜਾਂਦੇ ਰਹਿੰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਖਾਸ ਕਰਕੇ ਸ਼ਹੀਦ 108 ਸੰਤ ਰਾਮਾਨੰਦ ਜੀ ਦੀ। ਪਿਛਲੇ ਹਫਤੇ ਅਸੀਂ ਗੱਲ ਕੀਤੀ ਸੀ ਸ਼ਬਦਾਂ ਦੇ ਵਿੱਚ
ਗੁਰੂ ਰਵਿਦਾਸ ਜੀ ਦੇ ਸ਼ਬਦ ਦੇ ਬਾਰੇ ਵਿੱਚ ਅਸੀਂ ਗੱਲ ਕੀਤੀ ਸੀ, ਸੰਤਾਂ ਦੀ ਮਹਿਮਾ ਕਿ ਸੰਤ ਕੌਣ ਹੁੰਦੇ ਹਨ, ਸੰਤਾਂ ਦੀ ਡੈਫੀਨੇਸ਼ਨ ਬਾਰੇ ਗੱਲ ਕੀਤੀ ਸੀ ਕਿ ਵੇਦ ਕਿਤਾਬ ਜਿੰਨੇ ਵੀ ਗ੍ਰੰਥ ਹਨ, ਜਿੰਨੇ ਵੀ ਵੇਦ ਹਨ, ਉਹਨਾਂ ਵਿੱਚ ਸੰਤਾਂ ਦੇ ਦਰਜੇ ਨੂੰ ਬਹੁਤ ਹੀ ਉੱਚਾ ਦਿਖਾਇਆ ਗਿਆ ਹੈ। ਸੰਤਾਂ ਨੂੰ ਪਰਮ ਆਤਮਾ ਦਾ ਨਾਮ ਦਿੱਤਾ ਗਿਆ ਹੈ। ਗੁਰੂ ਰਵਿਦਾਸ ਜੀ ਨੇ ਆਪਣੇ ਸ਼ਬਦਾਂ ਵਿੱਚ ਹੀ ਕਿਹਾ ਸੀ ਕਿ ਸੰਤ ਅਨੰਤੇ ਅੰਤਰ ਨਹੀਂ, ਰਵਿਦਾਸ ਭਣੇ ਜਾਣੇ ਸੋ ਜਾਣ, ਸੰਤ ਅਨੰਤੇ ਅੰਤਰ ਨਹੀਂ। ਜਿਸ ਨੂੰ ਸਮਝ ਲੱਗਦੀ ਹੈ ਉਹ ਜਾਣ ਜਾਂਦੇ ਹਨ, ਜਿਸ ਨੂੰ ਨਹੀਂ ਸਮਝ ਲੱਗਦੀ ਤੇ ਉਹ ਅਣਜਾਣਪੁਰੇ ਵਿੱਚ ਹੀ ਆਪਣੀ ਜ਼ਿੰਦਗੀ ਵੇਸਟ ਕਰ ਲੈਂਦੇ ਹਨ। ਗੁਰੂ ਜੀ ਦੇ ਸ਼ਬਦਾਂ ਨੂੰ ਸਮਝਣਾ, ਗੁਰੂ ਜੀ ਦੀ ਬਾਣੀ ਨੂੰ ਸਮਝਣਾ ਤੇ ਹੋਰ ਜਿੰਨੇ ਵੀ ਫਿਲਾਸਫਰ ਹੁੰਦੇ ਹਨ, ਜਿੰਨੇ ਵੀ ਪੀਰ ਪੈਗੰਬਰ ਹੁੰਦੇ ਹਨ, ਜੋ ਇੱਕ ਸਾਂਝੀ ਬਾਤਾਂ ਦਾ ਉਪਦੇਸ਼ ਦਿੰਦੇ ਹਨ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇ ਹਨੇਰੇ ਚੋਂ ਬਾਹਰ ਕੱਢਿਆ ਹੁੰਦਾ ਹੈ, ਅਸੀਂ ਹਮੇਸ਼ਾ ਉਹਨਾਂ ਦੀ ਗੱਲ ਕਰਿਆ ਕਰਦੇ ਹਾਂ। ਆਓ ਆਪਾਂ ਤਾਸ਼ਾ ਜੀ ਕੋਲੋਂ ਜੋ ਅੱਜ ਦਾ ਪ੍ਰੋਗਰਾਮ ਹੈ ਉਸ ਦੇ ਬਾਰੇ ਵਿੱਚ ਗੱਲਾਂ ਕਰਾਂਗੇ, ਜੋ ਅਸੀਂ ਪਿਛਲੇ ਹਫ਼ਤੇ ਗੱਲ ਕੀਤੀ ਸੀ। ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ, ਸੰਤ ਦੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੇ ਦੀਜੇ ਦੇਵਾ ਦੇਵ। ਐ ਲੋਰਡ, ਐ ਪਰਮਾਤਮਾ, ਮੈਨੂੰ ਇਹੋ ਜਿਹੇ ਸੰਤਾਂ ਦਾ ਪ੍ਰੇਮ ਦੇ ਦੇ ਜਿੱਥੋਂ ਜਾ ਕੇ ਮੈਨੂੰ ਉਹਨਾਂ ਦੀ ਕਥਾ ਦੇ ਵਿੱਚੋਂ, ਉਹਨਾਂ ਦੀ ਬਾਣੀ ਦੇ ਵਿੱਚੋਂ, ਉਹਨਾਂ ਦੇ ਸ਼ਬਦਾਂ ਦੇ ਵਿੱਚੋਂ, ਉਹਨਾਂ ਦੇ ਸ਼ਲੋਕਾਂ ਦੇ ਵਿੱਚੋਂ ਮੈਨੂੰ ਕੁਛ ਨਾ ਕੁਛ ਸਮਝ ਆ ਜਾਵੇ, ਮੇਰੀ ਜ਼ਿੰਦਗੀ ਦੀ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇ। ਕਿਉਂਕਿ ਸੰਤ ਜੋ ਹੁੰਦੇ ਹਨ ਉਹ ਤੇਰਾ ਹੀ ਰੂਪ ਹੁੰਦੇ ਹਨ, ਕਿਉਂਕਿ ਆਤਮਾ ਅਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਹੈ। ਜਦੋਂ ਪਰਮਾਤਮਾ ਖੁਦ ਇੱਕ ਚੰਗੇ ਇਨਸਾਨ ਦੇ ਵਿੱਚ ਆਉਂਦਾ ਹੈ ਤੇ ਉਸ ਨੂੰ ਸੰਤ ਕਿਹਾ ਜਾਂਦਾ ਹੈ, ਤੇ ਸੰਗਤ ਹੈ ਜੋ ਉਸ ਦੇ ਫੋਲੋਅਰ ਹੁੰਦੇ ਹਨ, ਉਹ ਉਸ ਦੀ ਫਿਲਾਸਫੀ ਤੇ ਹੀ ਚੱਲਦੇ ਹਨ। ਤੇ ਗੁਰੂਆਂ ਦੇ ਕੋਲੋਂ, ਸੰਤਾਂ ਦੇ ਕੋਲੋਂ ਅਗਰ ਸਾਨੂੰ ਇਹ ਆਦੇਸ਼ ਮਿਲ ਜਾਣ ਤੇ ਸਾਡੀ ਜ਼ਿੰਦਗੀ ਦਾ ਆਧਾਰ ਹੋ ਜਾਂਦਾ ਹੈ। ਤੇ ਫਿਰ ਗੁਰੂ ਜੀ ਕਹਿੰਦੇ ਹਨ ਕਿ ਮੈਨੂੰ ਇੱਕ ਸੰਤਾਂ ਵਾਲਾ ਹੀ ਕਰੈਕਟਰ ਦੇ ਦੇਵੀਂ, ਚਾਲ ਚਲਣ ਦੇ ਦੇਵੀਂ, ਤਾਂ ਕਿ ਮੈਂ ਉਹਨਾਂ ਦੇ ਕੋਲੋਂ ਚੱਲ ਕੇ, ਉਹਨਾਂ ਦੇ ਕੋਲ ਬੈਠ ਕੇ, ਉਹਨਾਂ ਦੇ ਕੋਲੋਂ ਕੁਝ ਸਿੱਖ ਕੇ ਉਹਨਾਂ ਵਰਗਾ ਹੀ ਹੋ ਜਾਵਾਂ। ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ, ਸੰਤ ਦੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੇ ਦੀਜੇ ਦੇਵਾ ਦੇਵ। ਸੰਤਾਂ ਦੀ ਸੰਗਤ ਦੇ ਵਿੱਚੋਂ ਜਿੱਥੋਂ ਸਾਨੂੰ ਕਥਾ ਮਿਲਦੀ ਹੈ, ਸਟੋਰੀ ਮਿਲਦੀ ਹੈ, ਸਾਨੂੰ ਬਾਣੀ ਮਿਲਦੀ ਹੈ, ਅੰਮ੍ਰਿਤ ਬਾਣੀ ਮਿਲਦੀ ਹੈ, ਉਹ ਸਾਨੂੰ ਉਹਨਾਂ ਦੀ ਸੰਗਤ ਦੇ ਵਿੱਚੋਂ ਹੀ ਮਿਲਦੀ ਹੈ। ਤੇ ਗੁਰੂ ਜੀ ਕਹਿੰਦੇ ਹਨ ਕਿ ਉਹਨਾਂ ਨੇ ਜੋ ਸ਼ਬਦ ਲਿਖੇ ਹਨ, ਉਹਨਾਂ ਨੇ ਸਾਡੇ ਲਈ ਲਿਖੇ ਹਨ। ਸੰਤ ਆਚਰਣ ਸੰਤ ਚੋ ਮਾਰਗ, ਸੰਤ ਚੋ ਉਲੰਘਣੀ, ਔਰ ਇੱਕ ਮੰਗਿਓ ਭਗਤ ਚਿੰਤਾਮਣੀ, ਜਣੀ ਲਿਖਾਵੋ ਅਸੰਤ ਪਾਪੀ ਸਨ, ਰਵਿਦਾਸ ਭਣੇ ਜਾਣੇ ਸੋ ਜਾਣ, ਸੰਤ ਅਨੰਤੇ ਅੰਤਰ ਨਹੀਂ। ਸੰਤਾਂ ਦੀ ਮਹਿਮਾ ਨੂੰ ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਕਿੰਨਾ ਉੱਚਾ ਵਿਖਿਆਨ ਕੀਤਾ, ਕਿੰਨੇ ਚੰਗੇ ਤਰੀਕੇ ਦੇ ਨਾਲ ਉਹਨਾਂ ਨੇ ਉਸ ਦੀ ਜੋ ਡੈਫੀਨੇਸ਼ਨ ਹੈ ਉਹਨਾਂ ਨੂੰ ਉਸ ਤਰੀਕੇ ਨਾਲ ਲਿਖਿਆ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹਾਂ ਜਾਂ ਹੋਰ ਜਿੰਨੇ ਵੀ ਗ੍ਰੰਥ ਹਨ, ਵੇਦ ਹਨ, ਉਹਨਾਂ ਨੂੰ ਪੜ੍ਹਦੇ ਹਾਂ, ਉਹਨਾਂ ਵਿੱਚ ਸੰਤਾਂ ਦੀ ਮਹਿਮਾ ਨੂੰ ਬਹੁਤ ਹੀ ਇੱਕ ਪਵਿੱਤਰ ਗਿਣਿਆ ਗਿਆ ਹੈ ਕਿ ਉਹ ਜੋ ਸੰਤਾਂ ਦੀ ਸੰਗਤ ਦੇ ਵਿੱਚ ਬੈਠ ਕੇ ਉਹਨਾਂ ਦੇ ਕੋਲੋਂ ਕੁਛ ਨਾ ਕੁਛ ਸਿੱਖਣਾ ਅਗਰ ਸਾਨੂੰ ਉਹ ਮੌਕਾ ਮਿਲ ਜਾਵੇ ਤੇ ਸਾਡੀ ਜ਼ਿੰਦਗੀ ਦਾ ਆਧਾਰ ਹੋ ਜਾਂਦਾ ਹੈ। ਤਾਸ਼ਾ ਜੀ ਕੋਲੋਂ ਪੁੱਛਾਂਗਾ ਜੋ ਇਹ ਸ਼ਬਦ ਹੈ ਗੁਰੂ ਜੀ ਦੀ ਬਾਣੀ ਦੇ ਵਿੱਚੋਂ, ਉਸ ਦੇ ਬਾਰੇ ਤਾਸ਼ਾ ਜੀ ਕੀ ਕਹਿੰਦੇ? ਤਾਸ਼ਾ ਜੀ, When we read any shabd, it's so important that we understand the shabd. And in this shabd, Guru Vidas Ji tells us about sants or saints. And we know that a saint or a sant is someone who has achieved divine light. And when we speak about divine light, we refer to God. And how you achieve the divine light is by meditating upon God and speaking his name, meditating upon his name, and doing this by way of true worship, not just following rites, rituals, etc., but even if you do perform those, to pray upon God's name and to God with true worship. Saints rid themselves of vices, all these worldly attractions that we have around us. They eliminate all of that and they dedicate their lives to God. And this shabd before us today, Guru Vidas Ji teaches us why it's so important to achieve the company of saints. And Guru Vidas Ji says to God, he starts by preaching to the entire humanity to keep the company of saints, and he also asks God to help me to keep the company of saints. He does this because when you sit with a certain type of people, you learn from them. And if we sit with saints or sant, we will learn goodness from them because they have achieved the divine light. They can teach us how to do the same or show us the right path in doing so.
Guru Ravidas Ji goes on in his Shabd and says that it's only when you are enlightened by the Sant's stories and the way they preach that you actually begin to understand God a bit more. We can read Shabds, we can read other religious scriptures, but when somebody explains it to us, it becomes a lot easier to understand and perhaps incorporate the teachings into our lives. Guru Ravidas Ji goes on in his Shabd to say that please grant me the company of these saints. Saints are pure people, and as we know, they achieve true worship through meditation and ridding themselves of all the vices that we have around us that perhaps attract us and move us away from God. Guru Ravidas Ji says, bless me with the character of saints. I want to be like these saints. And we always say that our life's a journey. It's not an ultimate destination. In fact, our ultimate destination begins when our life ends. And Guru Ravidas Ji says that I want to live my life as a good person, and I want you to grant me the company of these saints. He tells God. And in another one of his Shabds, Guru Ravidas Ji says, "Bahut janam bichre the madho, ek janam tumhare leke." Guru Ravidas Ji says that I have dedicated this life to you, God. And by dedicating our lives to God, rather than just saying it, we have to work towards doing that. And Guru Ravidas Ji says that because I have dedicated my life to you, I need to be a good person. I don't know how to be a good person, so grant me the company of these saints. Guru Ravidas Ji says, I ask for one more thing, devotional worship. Other desires are all distractions, but devotional worship is something that I need to become a better person. Guruji concludes his Shabd by saying that I don't want to see those or other people who are on the wrong path. I don't want to mix with those people. Again, grant me the company of these saints so that I am able to learn something from them. Guru Ravidas Ji concludes the Shabd by saying that whatever people may think of saints, there's very little difference between saints and Sant and God, the infinite Lord. Thank you, Tasha ji. ਗੁਰੂ ਜੀ ਨੇ ਸ਼ਬਦਾਂ ਦੇ ਵਿੱਚ ਲਿਖ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸੰਤਾਂ ਦੀ ਸ਼ਰਨ ਦੇ ਵਿੱਚ ਜਾ ਕੇ ਉਹਨੇ ਪਰਮਾਤਮਾ ਅੱਗੇ ਦੁਆ ਕੀਤੀ ਹੈ। ਸਾਨੂੰ ਲਿਖ ਕੇ ਉਹਨੇ ਇਹ ਚੈਪਟਰ ਦਿੱਤਾ ਹੈ ਕਿ ਸਾਨੂੰ ਗੁਰੂ ਦੇ ਕੋਲੋਂ ਰੱਬ ਦੇ ਕੋਲੋਂ ਕੀ ਦੁਆ ਕਰਨੀ ਚਾਹੀਦੀ ਹੈ ਕਿ ਸਾਨੂੰ ਸੰਤਾਂ ਦੀ ਸੰਗਤ ਮਿਲ ਜਾਵੇ ਤੇ ਜੋ ਅਸੰਤ ਲੋਕ ਹੁੰਦੇ ਹਨ, ਜੋ ਮਾੜੇ ਲੋਕ ਹੁੰਦੇ ਹਨ, ਉਹਨਾਂ ਤੋਂ ਸਾਨੂੰ ਦੂਰ ਰੱਖੀ। ਜਣੀ ਲਿਖਾਵੋ ਅਸੰਤ ਪਾਪੀ ਸਨ, ਰਵਿਦਾਸ ਭਾਣੇ ਜਾਣੇ ਸੋ ਜਾਣ, ਸੰਤ ਅਨੰਤ ਅੰਤਰ ਨਾਏ। ਕਿਉਂਕਿ ਰੱਬ ਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਗੁਰੂ ਜੀ ਨੇ ਦੱਸਿਆ, ਉਹਨਾਂ ਨੇ ਕਿਹਾ ਸੀ ਕਿ ਅਗਰ ਅਸੀਂ ਉਹਨਾਂ ਦੀ ਸੰਗਤ ਕਰਾਂਗੇ ਅਸੀਂ ਉਹਨਾਂ ਵਰਗੇ ਹੋ ਜਾਵਾਂਗੇ। ਜਿਸ ਤਰ੍ਹਾਂ ਅਸੀਂ ਸਕੂਲ ਕਾਲਜ ਯੂਨੀਵਰਸਿਟੀ ਵਿੱਚ ਜਾ ਕੇ ਕੁਛ ਨਾ ਕੁਛ ਟੀਚਰ ਦੇ ਕੋਲੋਂ ਸਿੱਖਦੇ ਹਾਂ, ਇਸੇ ਤਰ੍ਹਾਂ ਹੀ ਸੰਤ ਵੀ ਸਾਨੂੰ ਕੁਛ ਨਾ ਕੁਛ ਚੰਗੇ ਰਸਤੇ ਵੱਲ ਜਾਣ ਦਾ ਰਸਤਾ ਦਿਖਾਉਂਦੇ ਹਨ। ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਆਉਂਦਾ ਹੈ, ਸੰਤ ਸਰਣ ਜੋ ਜਨ ਪਰੇ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਅਸ਼ਟਪਦੀ ਦੇ ਵਿੱਚ ਵੀ ਉਹਨਾਂ ਨੇ ਲਿਖਿਆ ਹੁੰਦਾ ਹੈ, ਸੰਤ ਕੇ ਦੁਖਨ ਆਰਜਾ ਘਟੇ, ਸੰਤ ਕੇ ਦੁਖਨ ਜਮਤੇ ਨਹੀਂ ਛੂਟੇ, ਸੰਤ ਕੇ ਦੁਖਨ ਸਭ ਸੁਖ ਜਾਏ, ਸੰਤ ਕੇ ਦੁਖਨ नरक में पाए, संत के दुखन मत होए मलीन, संत के दुखन शोभा तेहीन, संत के हते को रखे न कोई, संत के दुखन थान प्रष्ट होए, संत कृपाल कृपा जे करे, नानक संत संग निंदक भी तरे। संतां दी महिमा बड़े चंगे तरीके नाल कीती है। जो संतां दी बुराई करते हैं उन्हां दी जिंदगी दे सारे सुख खत्म हो जाते हैं तो उन्होंने नरकां नूं जाना पैंदा है। जिस तरह गुरु रविदास जी ने अपने शब्दों में लिखा, हर सो हीरा छाड़ के करे आन की आस, ते नर दोजिक जाएंगे, सत पाके रविदास। इसी तरह ही जो संत महिमा करते हैं परमात्मा की, ते संतां दी महिमा करते करते इसी तरह ही आपां गल करते हाँ अमर शहीद 108 संत रामानंद जी की। अज का जो दिन है 25 मई, अज तो पूरे 11 दिन पहला 24 मई नूं जिस वेले 108 संत रामानंद जी ते श्री 108 संत श्री निरंजन दास जी दोनों ही बयाना दे विच बैठे सत्संग कर रहे सन ते संगत बड़े प्रेम दे नाल उन्हां नूं सुन रही सी। ते
ਤੇ ਉਸ ਵੇਲੇ ਕੁਝ ਲੋਕਾਂ ਨੇ ਆ ਕੇ ਭਰੀ ਸੰਗਤ ਦੇ ਵਿੱਚ ਉਹਨਾਂ ਤੇ ਅਟੈਕ ਕਰ ਦਿੱਤਾ, ਗੋਲੀਆਂ ਚਲਾ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਤੇ ਉਸ ਵੇਲੇ 24 ਤਰੀਕ ਵਾਲੇ ਦਿਨ ਜੋ ਅਟੈਕ ਹੋਇਆ ਸੀ, ਨੈਕਸਟ ਡੇ ਤੇ 25 ਮਈ ਨੂੰ ਅੱਜ ਦੇ ਦਿਨ 108 ਸੰਤ ਰਾਮਾਨੰਦ ਜੀ ਸ਼ਹੀਦ ਹੋ ਗਏ। ਉਹ ਆਪਣਾ ਇੱਕ ਇਨਸਾਨੀ ਜਾਮੇ ਨੂੰ ਛੱਡ ਕੇ ਉਹ ਅਮਰ ਹੋ ਗਏ, ਨਾ ਮਰਨ ਵਾਲੀ ਸਟੇਟ ਦੇ ਵਿੱਚ ਪਹੁੰਚ ਗਏ। ਉਹਨਾਂ ਦੇ ਦਿੱਤੇ ਹੋ ਆਦੇਸ਼, ਉਹਨਾਂ ਦੇ ਜੋ ਉਹਨਾਂ ਨੇ ਸਾਨੂੰ ਸੇਧਾਂ ਦਿੱਤੀਆਂ ਹਨ, ਜੋ ਉਹਨਾਂ ਨੇ ਸਾਨੂੰ ਕਰਨਾ ਸਿਖਾਇਆ ਹੈ, ਜੋ ਉਹਨਾਂ ਨੇ ਸਾਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲ ਕੇ ਇੱਕ ਚੰਗੇ ਇਨਸਾਨ ਬਣ ਕੇ ਆਪਣੀ ਜ਼ਿੰਦਗੀ ਜਿਉਣ ਦਾ ਇੱਕ ਸਬਕ ਦਿੱਤਾ ਹੈ, ਉਹ ਸਬਕ ਕਦੇ ਵੀ ਨਹੀਂ ਭੁੱਲਣ ਵਾਲਾ। ਤੇ ਉਹਨਾਂ ਨੂੰ ਜਿਸ ਵੇਲੇ ਵਿਆਨਾ ਆਸਟ੍ਰੇਲੀਆ ਦੇ ਵਿੱਚ ਸ਼ਹੀਦ ਕੀਤਾ ਗਿਆ ਤੇ ਉਸ ਵੇਲੇ ਸੰਗਤਾਂ ਦੇ ਵਿੱਚ ਬਹੁਤ ਹੀ ਹਫੜਾ ਦਫੜੀ ਮਚ ਗਈ। ਆਪ ਸ਼ਾਇਦ ਸਾਰਿਆਂ ਨੂੰ ਯਾਦ ਹੋਵੇਗਾ ਕਿ ਅੱਜ ਤੋਂ 11 ਸਾਲ ਪਹਿਲਾਂ ਇਹ ਇੱਕ ਇਹੋ ਜਿਹੀ ਹਲਚਲ ਹੋਈ ਸੀ ਜਿਸ ਵੇਲੇ ਦੁਨੀਆ ਦੇ ਵਿੱਚ ਇਸ ਖਬਰ ਦਾ ਪਤਾ ਲੱਗਿਆ ਤੇ ਦੁਨੀਆ ਵਿੱਚ ਇੰਨੀ ਹਲਚਲ ਮਚ ਗਈ ਸੀ, ਦੁਨੀਆ ਵਿੱਚ ਭੱਜ ਦੜ ਮਚ ਗਈ ਸੀ ਕਿ ਪੂਰਾ ਪੰਜਾਬ ਉਸ ਵੇਲੇ ਇੱਕਦਮ ਸਟ੍ਰਾਈਕ ਹੋ ਗਈਆਂ ਸਨ, ਇੱਕਦਮ ਹਫੜਾ ਦਫੜੀ ਮਚ ਗਈ। ਬਹੁਤ ਸਾਰੇ ਲੋਕਾਂ ਦੇ ਵਿੱਚ ਜੋਸ਼ ਆਇਆ ਸੀ। ਜੋਸ਼ ਆਉਣ ਕਾਰਨ ਉਹਨਾਂ ਨੇ ਬਹੁਤ ਸਾਰੇ ਪ੍ਰੋਟੈਸਟ ਕੀਤੇ। ਉਸ ਪ੍ਰੋਟੈਸਟ ਦੇ ਦੌਰਾਨ ਸਾਡੇ 4 ਵੀਰ ਹੋਰ ਉਸੇ ਦਿਨ ਹੀ ਸ਼ਹੀਦ ਹੋ ਗਏ ਸਨ, ਜਿਨ੍ਹਾਂ ਨੂੰ ਅੱਜ ਅਸੀਂ ਸੰਤ ਰਾਮਾਨੰਦ ਜੀ ਦੇ ਨਾਲ ਸ਼ਰਧਾਂਜਲੀ ਭੇਟ ਕਰਦੇ ਹਾਂ। ਉਹਨਾਂ 4 ਵੀਰਾਂ ਨੂੰ ਵੀ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਸ਼੍ਰੀ ਰਜਿੰਦਰ ਕੁਮਾਰ ਜੀ, ਸ਼੍ਰੀ ਬਲਕਾਰ ਸਿੰਘ ਜੀ, ਸ਼੍ਰੀ ਵਿਜੇ ਕੁਮਾਰ ਜੀ ਅਤੇ ਸ਼੍ਰੀ ਤੇਲੂ ਰਾਮ ਜੀ। ਇਹਨਾਂ ਨੇ ਵੀ ਉਸ ਦਿਨ ਸ਼ਹੀਦੀ ਪਾਈ। ਮੈਂ ਗੱਲ ਕਰਾਂਗਾ ਸੰਤ ਰਾਮਾਨੰਦ ਜੀ ਦੀ ਜ਼ਿੰਦਗੀ ਦੇ ਬਾਰੇ ਵਿੱਚ। ਉਹ ਕੌਣ ਸਨ, ਕਿੱਥੋਂ ਆਏ ਸਨ ਤੇ ਉਹਨਾਂ ਨੇ ਕੀ ਆਦੇਸ਼ ਦਿੱਤਾ। ਉਹਨਾਂ ਦੇ ਚਿਹਰੇ ਤੇ ਹਰ ਵੇਲੇ ਨੂਰ ਚਮਕਦਾ ਰਹਿੰਦਾ ਸੀ। ਬਚਪਨ ਤੋਂ ਹੀ ਉਹਨਾਂ ਦਾ ਜਨਮ ਅਲਾਵਲਪੁਰ ਪਿੰਡ ਦੇ ਵਿੱਚ, ਜੋ ਜਲੰਧਰ ਦੇ ਲਾਗੇ ਪਿੰਡ ਹੈ, ਅਲਾਵਲਪੁਰ ਦੇ ਵਿੱਚ ਹੋਇਆ ਤੇ ਉਹਨਾਂ ਨੇ ਜੋ ਦੁਆਬਾ ਕਾਲਜ ਜਲੰਧਰ ਹੈ ਉੱਥੋਂ BA ਦੀ ਡਿਗਰੀ ਹਾਸਲ ਕੀਤੀ। ਐਜੂਕੇਟਡ ਸਨ। ਜਿਸ ਤਰ੍ਹਾਂ ਗੁਰੂ ਰਵਿਦਾਸ ਜੀ ਨੇ ਵੀ ਆਪਣੇ ਸ਼ਬਦਾਂ ਵਿੱਚ ਲਿਖਿਆ ਹੈ ਕਿ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀ ਮਲੀ, ਕਿ ਐਜੂਕੇਸ਼ਨ ਤੋਂ ਬਿਨਾ ਸਾਡੇ ਨੌਲੇਜ ਦਾ, ਸਾਡੇ ਗਿਆਨ ਦਾ ਦੀਵਾ ਬਹੁਤ ਮੱਧਮ ਹੁੰਦਾ ਜਾਂਦਾ ਹੈ। ਸਾਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ। ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਦੱਸਿਆ ਸੀ ਕਿ ਹਨੇਰੇ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਸਾਨੂੰ ਸ਼ਬਦਾਂ ਦੀ ਜ਼ਰੂਰਤ ਪੈਂਦੀ ਹੈ, ਸਾਨੂੰ ਬਾਣੀ ਦੀ ਜ਼ਰੂਰਤ ਪੈਂਦੀ ਹੈ, ਸਾਨੂੰ ਉਹਨਾਂ ਨੂੰ ਕਿਸੇ ਨੂੰ ਸਮਝਾਉਣ ਵਾਲੇ ਟੀਚਰ ਦੀ ਜ਼ਰੂਰਤ ਪੈਂਦੀ ਹੈ। ਉਹਨਾਂ ਨੂੰ ਸੰਤ ਦਾ ਨਾਮ ਦਿੱਤਾ ਹੈ ਤੇ ਸੰਤ ਉਸ ਵੇਲੇ ਜੋ ਪ੍ਰਚਾਰ ਕਰਦੇ ਹਨ, ਉਸ ਪ੍ਰਚਾਰ ਸਦਕਾ ਹੀ ਉਹ ਗੁਰੂਆਂ ਦੇ ਸ਼ਬਦ ਸਾਡੇ ਦਿਮਾਗ ਦੇ ਵਿੱਚ ਪੈਂਦੇ ਹਨ, ਉਹਨਾਂ ਦਾ ਅਸਰ ਸਾਡੇ ਦਿਮਾਗ ਦੇ ਵਿੱਚ ਹੁੰਦਾ ਹੈ। ਉਹਨਾਂ ਨੇ ਜ਼ਿੰਦਗੀ 'ਚ ਬਹੁਤ ਸਾਰੀਆਂ ਘਾਲਣਾ ਕੀਤੀਆਂ, ਉਹਨਾਂ ਨੇ ਬਹੁਤ ਸਾਰੇ ਪ੍ਰੋਜੈਕਟ ਸ਼ੁਰੂ ਕੀਤੇ। ਉਹ ਇੱਕ ਸੰਤ ਹੁੰਦਿਆਂ ਉਹ ਇੱਕ ਮਹਾਨ ਯੋਧੇ ਸਨ, ਇੱਕ ਉਹ ਗ੍ਰੇਟ ਲੀਡਰ ਸਨ, ਬਹੁਤ ਚੰਗੇ ਸਪੀਕਰ ਸਨ ਤੇ ਉਹਨਾਂ ਨੇ ਇੱਕ ਬਹੁਤ ਚੰਗੇ ਐਡਮਿਨਿਸਟ੍ਰੇਟਰ ਦੀ ਤਰ੍ਹਾਂ, ਉਹਨਾਂ ਬਹੁਤ ਚੰਗੇ ਇੱਕ ਕੰਟਰੋਲ ਕਰਨ ਦੀ ਤਰ੍ਹਾਂ ਬਹੁਤ ਸਾਰੇ ਉਹਨਾਂ ਨੇ ਹਸਪੀਟਲ, ਸਕੂਲ ਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਦੇ ਬਾਰੇ ਵਿੱਚ ਵੀ ਉਹਨਾਂ ਨੇ ਕੰਸਟਰਕਸ਼ਨ ਦੇ ਵਿੱਚ ਬਹੁਤ ਸਾਰਾ ਹਿੱਸਾ ਪਾਇਆ। ਉਸ ਦੇ ਬਾਰੇ ਵਿੱਚ ਵੀ ਆਪਾਂ ਗੱਲਾਂ ਕਰਾਂਗੇ। ਆਓ ਆਪਾਂ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਗਾਇਆ ਹੋਇਆ ਗੀਤ, ਇੱਕ ਗਾਇਆ ਹੋਇਆ ਭਜਨ ਸੁਣਦੇ ਹਾਂ ਕਿ ਉਹਨਾਂ ਦੀ ਆਵਾਜ਼ ਦੇ ਵਿੱਚ ਕਿਹੋ ਜਿਹੀ ਮਿਠਾਸ ਸੀ। ਆਓ ਆਪਾਂ ਇਸ ਗੀਤ ਨੂੰ ਸੁਣਦੇ ਹਾਂ ਜੀ। ਆਓ ਜੀ। ਅਮਰ ਸ਼ਹੀਦ ਸੰਤ 108 ਸ਼੍ਰੀ ਰਾਮਾਨੰਦ ਜੀ ਦਾ ਆਦੇਸ਼, ਦੁਨੀਆ ਦੇ ਲੋਕੋ ਨੇਕ ਬਣੋ ਫਰਮਾਇਆ ਪੱਥਰੀ ਵਾਲੇ ਨੇ। ਗੁਰੂ ਰਵਿਦਾਸ ਜੀ ਦਾ ਆਦੇਸ਼, ਗੁਰੂ ਰਵਿਦਾਸ ਜੀ ਦੀ ਬਾਣੀ, ਗੁਰੂ ਰਵਿਦਾਸ ਜੀ ਦਾ ਪ੍ਰਚਾਰ, ਜੋ ਉਹਨਾਂ ਦਾ ਮੈਸੇਜ ਸੀ ਕਿ ਅਸੀਂ ਦੁਨੀਆ ਦੇ ਹਨੇਰੇ ਦੇ ਵਿੱਚੋਂ ਕਿਸ ਤਰ੍ਹਾਂ ਬਾਹਰ ਨਿਕਲਣਾ ਹੈ। ਉਹਨਾਂ ਨੇ ਆਦੇਸ਼ ਦਿੱਤਾ ਕਿ ਦੁਨੀਆ ਦੇ ਲੋਕੋ ਨੇਕ ਬਣੋ। ਉਹਨਾਂ ਨੇ ਆਪਣੀ ਸਮੁੱਚੀ ਜ਼ਿੰਦਗੀ ਸਤਿਗੁਰੂ ਰਵਿਦਾਸ ਜੀ ਦੇ ਮਿਸ਼ਨ ਤੇ ਲਾ ਦਿੱਤੀ। ਜਿਸ ਤਰ੍ਹਾਂ ਸਤਿਗੁਰੂ ਕਬੀਰ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ, आग लगी आकाश में चढ़ चढ़ पे अंगार, संत ना होते जगत में तो जल मरता संसार। किन्नी संतां दी महिमा उन्होंने गायन की है। और आप कॉल आ रही है, आप लाइव कॉल लेने हैं, उस तो बाद पता गल करेंगे। हेलो 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 जय गुरुदेव जी। जय गुरुदेव, मैं कशल्या मिमी बोल रही हूं लंडन। कशल्या भैन जी स्वागत है तुहाडा, तुसीं लाइव ऑन देयर हो। अज की मैसेज देना? मैं कहा अज संतां नूं मैं शरदा दे फुੱਲ ਭੇਟਾ ਕਰਦੀ जी। शरदा दे फुੱਲ इदां दे संत कदे भी नहीं दुनिया ते आउणे हैगे। बिल्कुल जी, बिल्कुल।
ਇੰਨੀ ਇਹਨਾਂ ਨੇ ਹਾਰਡ ਵਰਕ। ਮੈਂ ਜਦੋਂ ਇਹਨਾਂ ਦੇ ਦਰਸ਼ਨ ਹੋਏ ਨਾ ਪਹਿਲੀ ਵਾਰੀ, ਹਾਂਜੀ, ਤੇ ਮਾਮ ਦੀ ਡੈਥ ਹੋਈ ਸੀ ਤਾਂ ਅਸੀਂ ਪਾਠ ਰਖਾਇਆ ਸੀਗਾ ਬੈਡਫੋਰਡ। ਤੇ ਇਹ ਦੇਖ ਲਓ ਵੀ ਨਾ 8-10 ਵਜੇ 8-9 ਵਜੇ ਦਾ ਟਾਈਮ ਦਿੱਤਾ ਸੀਗਾ, ਬਰਮੀ ਕਰਨ ਗਏ ਸੀਗੇ। ਤੇ ਇਹ 2:30 ਵਜੇ ਰਾਤ ਨੂੰ ਮਹਾਰਾਜ ਜੀ ਦਿਲੋਂ ਆਏ, ਦੋਨੇ ਮਹਾਰਾਜ ਜੀ ਹਨਾ। ਤਾਂ ਮੈਂ ਪਹਿਲੀ ਵਾਰੀ ਮਹਾਰਾਜ ਜਦੋਂ ਦਰਸ਼ਨ ਕੀਤੇ ਸੀਗੇ, ਸੰਗਤ ਏਦਾਂ ਬੈਠੀ ਸੀਗੀ, ਇੰਨੀ ਹਾਰਡ ਮਿਹਨਤ ਕਰਦੇ ਸੀ ਨਾ ਇਹ ਮਹਾਰਾਜ ਜੀ ਦਾ, ਦਿਨ ਰਾਤ ਮਤਲਬ ਹੀ ਨਹੀਂ। ਉਹ ਜਿਹੜਾ ਹੁਣ ਬਣਿਆ ਸੱਚਖੰਡ ਬਣਿਆ ਬੱਲੀ, ਉਹ ਸਾਰੀ ਇਹਨਾਂ ਦੀ ਹਾਰਡ ਮਿਹਨਤ ਦੇ ਨਾਲ ਸਿਰ ਤੇ ਟੋਕਰੀਆਂ ਢਾਈ, ਜਿੱਦਾਂ ਸੇਵਾ ਇੰਨੀ ਕਰਦੇ ਸੀ ਨਾ, ਸਿਰ ਤੇ ਟੋਕਰੀਆਂ ਚੱਕ ਕੇ ਆਪ ਦੇ ਲੋਕ ਉੱਥੇ ਲੱਗੇ ਹੁੰਦੇ ਸੀਗੇ। ਬਹੁਤ ਜਿੱਦਾਂ ਨਾ ਇਦਾਂ ਦੇ ਸੰਤ ਨਹੀਂ ਕਦੇ ਵੀ ਆਉਣੇ ਹੈਗੇ ਦੁਨੀਆ ਤੇ ਨਾ। ਤੇ ਪਰ ਅੱਜ ਆਪਾਂ ਕਹਿੰਦੇ ਆ ਨਾ ਕਿ ਸੰਤ ਸਾਡੇ ਨਾਲ ਹੀ ਆ, ਰਾਮਾਨੰਦ ਜੀ ਗਏ ਨਹੀਂ ਹੈਗੇ, ਪਰ ਜਿੱਦਾਂ ਕਹਿੰਦੇ ਨਾ ਕਿ ਸੰਤ ਨਹੀਂ ਮਰਦੇ, ਸਭ ਦੁਨੀਆ ਮਰ ਜਾਂਦੀ, ਸੰਤ ਨਹੀਂ ਮਰਦੇ ਹੈਗੇ। ਤੇ ਅਸੀਂ ਤਾਂ ਜਿੱਦਾਂ ਵੀ ਉਹਨਾਂ ਦੀ ਫੋਟੋ ਦੇਖ ਰੱਖੀ ਆ, ਮਹਾਰਾਜ ਨੇ ਇੰਨਾ ਉਹਨਾਂ ਨੂੰ ਕਰਦੇ, ਪਰ ਦੁਨੀਆ ਤੇ ਉਹਨੇ ਇੱਕ ਸ਼ਹੀਦੀ ਕਰ ਗਏ ਆ, ਰਹਿੰਦੀ ਦੁਨੀਆ ਤੇ ਉਹਨਾਂ ਦੇ ਨਾਂ ਰਹਿਣਾ ਆ, ਰਹਿੰਦੀ ਦੁਨੀਆ ਤੇ ਨਾ। ਥੈਂਕ ਯੂ ਭੈਣ ਜੀ, ਤੁਹਾਡੇ ਫੋਨ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਇਹ ਸਨ ਸਾਡੇ ਕਸ਼ਲਿਆ ਭੈਣ ਜੀ, ਤੇ ਹੋਰ ਵੀ ਬਹੁਤ ਸਾਰੇ ਸੰਗਤਾਂ ਨੇ, ਬਹੁਤ ਸਾਰੇ ਇੰਟਰਨੈਸ਼ਨਲੀ। ਇੱਕ ਬੜੀ ਚੰਗੀ ਗੱਲ ਹੈ ਕਿ ਸੰਤ ਰਾਮਾਨੰਦ ਜੀ ਇੱਕ ਪਿੰਡ ਦੇ ਵਿੱਚ ਜਨਮੇ ਸਨ। ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਮਾਤਾ ਜੀ, ਜੋ ਇੱਕ ਗਰੀਬ ਪਰਿਵਾਰ ਦੇ ਵਿੱਚ ਗਰੀਬ ਜ਼ਿੰਦਗੀ ਜੀ ਰਹੇ ਹਨ, ਹਾਲੇ ਵੀ ਉਹਨਾਂ ਦਾ ਪਰਿਵਾਰ ਜਿਸ ਤਰ੍ਹਾਂ ਉਹਨਾਂ ਨੇ ਇੰਟਰਨੈਸ਼ਨਲੀ ਜਾ ਕੇ ਸ਼ਹਿਰ, ਹਰ ਇੱਕ ਸ਼ਹਿਰ ਦੇ ਵਿੱਚ ਜਾ ਕੇ ਉਹਨਾਂ ਨੇ ਗੁਰੂ ਰਵਿਦਾਸ ਜੀ ਦੇ ਆਦੇਸ਼ਾਂ ਦਾ ਪ੍ਰਚਾਰ ਕੀਤਾ, ਤੇ ਉੱਥੇ ਜਾ ਕੇ ਉਹਨਾਂ ਨੇ ਗੁਰੂ ਘਰ ਬਣਾਏ ਤੇ ਸੰਗਤਾਂ ਨੂੰ ਆਦੇਸ਼ ਦਿੱਤਾ, ਤੇ ਸੰਗਤਾਂ ਨੂੰ ਚੰਗੇ ਪਾਸੇ ਵੱਲ ਜੁੜਨ ਦਾ ਇਸ਼ਾਰਾ ਕੀਤਾ। ਦੁਨੀਆ ਦੇ ਲੋਗੋ ਨੇਕ ਬਣੋ, ਉਹਨਾਂ ਦਾ ਆਦੇਸ਼ ਸੀ। ਤੇ ਉਹਨਾਂ ਨੂੰ, ਇਹੋ ਜਿਹੇ ਸੰਤਾਂ ਨੂੰ ਸ਼ਹੀਦ ਕਰਤਾ ਗਿਆ ਵਿਆਨਾ ਦੀ ਧਰਤੀ ਤੇ ਅੱਜ ਦੇ ਦਿਨ। ਇੱਕ ਕੋਲ ਹੋਰ ਲੈਨੇ ਆ। ਹੈਲੋ, ਹਾਂਜੀ, ਜੈ ਗੁਰਦੇਵ ਜੀ। ਚਰਨਜੀਤ ਜੈ ਗੁਰਦੇਵ, ਧੰਨ ਗੁਰਦੇਵ। ਚਰਨਜੀਤ ਜੀ, ਹਾਂਜੀ, ਸਾਰੇ ਪਰਿਵਾਰ ਵੱਲੋਂ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਤੇ ਨਾਲ ਹੋ ਜੇ 4 ਸ਼ਹੀਦ ਹੋਏ ਹਨ। ਜਿਸ ਤਰ੍ਹਾਂ ਉਹਨਾਂ ਦੇ ਦੱਸਿਆ ਸੀਗਾ ਕਿ ਕਹਿੰਦੇ ਹਨ ਕਿ ਦੁਨੀਆ ਦੇ ਲੋਕੋ ਨੇਕ ਬਣੇ, ਉਹਨੇ ਤਾਂ ਦੇਖ ਲਓ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪ੍ਰਚਾਰ ਘਰ ਘਰ ਹੈਗਾ, ਜਿੱਦਾਂ ਜਾ ਕੇ ਵੀ ਉਹਨੇ ਦੁਨੀਆ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਦੁਨੀਆ ਦੀ ਸਮਝੀ ਜੀ, ਇਹ ਵੀ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਜੀ। ਤੇ ਹਾਂਜੀ, ਉਹਨਾਂ ਦੀ ਕੁਰਬਾਨੀ ਕਦੇ ਵੀ ਭੁੱਲ ਨਹੀਂ ਸਕਦੇ। ਸਾਧੂ ਸਾਹਿਬ ਨੇ ਚੰਦ ਲਾਈਨਾਂ ਲਿਖੀਆਂ ਹਨ, ਕਹਿੰਦੇ ਹਨ ਕਿ ਜਿੰਦ ਕੌਮ ਦੇ ਲੇਖੇ ਲਾ ਗਏ, ਇਹਦੀ ਸੁੱਤੀ ਅਣਖ ਜਗਾ ਗਏ, ਅੱਜ ਹਰ ਪਲ ਹਰ ਰੂਹ ਯਾਦ ਕਰੇ, ਇਸ ਮਹਾਂਪੁਰਸ਼ਾਂ ਬਲੀਦਾਨੀ ਨੂੰ ਅਸੀਂ ਖੁਦ ਵੀ ਕਦੇ ਵੀ ਭੁੱਲ ਨਹੀਂ ਸਕਦੇ, ਸੰਤਾਂ ਦੀ ਕੁਰਬਾਨੀ। ਸੰਤਾਂ ਦੀ ਕੁਰਬਾਨੀ ਜਦੋਂ ਮੁਖ ਤੋਂ ਬਚਨ ਸੁਣਾਉਂਦੇ ਸੀ, ਇਹ ਗੁਰਾਂ ਦੀ ਮਿਸ਼ਨ ਫਲਾਉਂਦੇ ਸੀ, ਇਹ ਗੁਰੂ ਰਵਿਦਾਸ ਨੂੰ ਪੂਜਦੇ ਸੀ, ਤੇ ਉਹਨਾਂ ਦੀ ਸੋਚ ਲਸਾਨੀ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ, ਸੰਤ ਰਾਮਾਨੰਦ ਦੀ ਕੁਰਬਾਨੀ ਨੂੰ। ਜਿੱਧਰ ਵੀ ਮੁੱਖ ਘੁਮਾਉਂਦੇ ਇਹ, ਹਰ ਪਾਸੇ ਧੁੰਮਾਂ ਪਾਉਂਦੇ ਇਹ, ਨਾ ਰੋਕ ਕੋਈ ਵੀ ਪਾ ਸਕਿਆ ਸੀ ਇਹਨਾਂ ਤੋਂ, ਤੋੜ ਸੁਹਾਨੀ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ, ਸੰਤਾਂ ਦੀ ਕੁਰਬਾਨੀ। ਸੋਚਾਂ ਵੀ ਦੁਨੀਆ ਪਾ ਦਿੱਤੀ, ਜਦੋਂ ਤਰੀ ਤੇ ਜਿੰਦ ਟਿਕਾ ਦਿੱਤੀ, ਬਿਆਨਾਂ ਦੀ ਧਰਤੀ ਯਾਦ ਕਰੇ, ਇਸ ਕੌਮ ਦੇ ਜੀਵਨਦਾਨੀ ਨੂੰ ਕਦੇ ਹੀ ਭੁੱਲ ਨਹੀਂ ਸਕਦੇ, ਸੰਤਾਂ ਦੀ ਕੁਰਬਾਨੀ ਨੂੰ। ਸਾਲੋ ਸਤਪਾਲ ਨਾ ਘਬਰਾਵਾਂਗੇ, ਅਸੀਂ ਅੱਗੇ ਕਦਮ ਵਧਾਵਾਂਗੇ, ਹਰ ਬੋਲ ਇਹਨਾਂ ਦਾ ਸਾਂਭ ਲਿਆ, ਸੀਨੇ ਵਿੱਚ ਅਮਰ ਨਿਸ਼ਾਨੀ ਨੂੰ ਅਸੀਂ ਕਦੇ ਹੀ ਭੁੱਲ ਨਹੀਂ ਸਕਦੇ, ਸੰਤਾਂ ਦੀ ਕੁਰਬਾਨੀ ਨੂੰ ਅਸੀਂ ਕਦੇ ਹੀ ਭੁੱਲ ਨਹੀਂ ਸਕਦੇ, ਸੰਤਾਂ ਦੀ ਕੁਰਬਾਨੀ। ਜੈ ਗੁਰਦੇਵ, ਧੰਨ ਗੁਰਦੇਵ। ਜੈ ਗੁਰਦੇਵ, ਧੰਨ ਗੁਰਦੇਵ ਜੀ। ਕਿੰਨੀ ਸੋਹਣੀ ਆਵਾਜ਼ ਦੇ ਵਿੱਚ ਸਾਡੇ ਵੀਰ ਚਰਨਜੀਤ ਜੀ ਨੇ ਸੰਤਾਂ ਦੀ ਮਹਿਮਾ ਨੂੰ ਆਪ ਜੀ ਨਾਲ ਸ਼ੇਅਰ ਕੀਤਾ। ਸੰਤ ਰਾਮਾਨੰਦ ਜੀ ਤੇ ਸੰਤ ਨਿਰੰਜਨ ਦਾਸ ਜੀ, ਅੱਜ ਉਹ ਸੰਤ ਸਾਡੇ 108 ਸੰਤ ਨਿਰੰਜਨ ਦਾਸ ਜੀ ਤੇ 108 ਸੰਤ ਰਾਮਾਨੰਦ ਜੀ ਦੋਨੋਂ ਹੀ ਬਿਆਨਾ ਧਰਤੀ ਵਿੱਚ ਬੈਠੇ ਸਤਸੰਗ ਕਰ ਰਹੇ ਸਨ, ਜਿਸ ਵੇਲੇ ਉਹਨਾਂ ਤੇ ਗੋਲੀਆਂ ਚਲਾਤੀਆਂ ਗਈਆਂ। ਤੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਪ੍ਰਚਾਰ ਕੀਤੇ। ਉਹਨਾਂ ਨੇ ਇੱਕ ਐਜੂਕੇਟਿਡ, ਹਾਈਲੀ ਐਜੂਕੇਟਿਡ ਸੰਤ ਸਨ। ਉਹਨਾਂ ਦਾ ਜਨਮ 9 ਫਰਵਰੀ 1952 ਨੂੰ ਅਲਾਵਲਪੁਰ ਦੇ ਪਿੰਡ ਦੇ ਵਿੱਚ ਹੋਇਆ, ਤੇ ਉਹਨਾਂ ਦੇ ਜੋ ਪਰਿਵਾਰ ਦੀ ਬੈਕਗ੍ਰਾਉਂਡ ਸੀ, ਉਹ ਬੱਲਾ ਸ਼ਹਿਰ ਤੋਂ ਹੀ, ਸੱਚਖੰਡ ਬੱਲਾ ਤੋਂ ਹੀ ਜਾ ਕੇ ਉਹ ਲਾਲਪੁਰ ਵਿੱਚ ਬਸੇ ਹੋਏ ਸਨ। ਕੋਲ ਲੈਂਦੇ ਆ। ਹੈਲੋ ਜੀ, ਜੈ ਗੁਰਦੇਵ ਜੀ। ਜੈ ਗੁਰਦੇਵ, ਧੰਨ ਗੁਰਦੇਵ ਜੀ। ਹਾਂਜੀ ਬਾਜੀ, ਮੈਂ ਲੈਸਟਰ ਤੋਂ ਬੋਲਦੀ ਹਾਂ, ਗੁਰਜਿੰਦਰ। ਹਾਂਜੀ, ਕੀ ਕਹਿਣਾ ਚਾਹੁੰਦੇ ਭੈਣ ਜੀ? ਬਸ ਮੈਂ ਇਹ ਕਹਿਣਾ ਚਾਹੁੰਦੀ ਹਾਂ, ਮੈਂ
ਸ਼ਰਧਾ ਤੇ ਫੁੱਲ ਸੰਤਾਂ ਜੀ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਭੇਟ ਅੱਜ ਕਰਦੀ ਆਪਾਂ ਆ। ਸਾਰਿਆਂ ਨੇ ਸ਼ਰਧਾ ਦੇ ਫੁੱਲ ਸੰਤਾਂ ਨੂੰ ਪੇਂਟ ਕਰਨੇ ਆ। ਹਾਂਜੀ ਹਾਂਜੀ, short message ਰੱਖਿਓ ਜੀ। ਹਾਂਜੀ, ਇਹਨਾਂ ਨੇ ਪ੍ਰਚਾਰ ਕੀਤਾ, ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਕੀਤਾ, ਬੜੀ ਅੱਛੇ ਢੰਗ ਨਾਲ, ਬੜਾ ਇਹ ਮਿੱਠੀ ਆਵਾਜ਼ ਦੇ ਨਾਲ ਸਤਸੰਗ ਕਰਦੇ ਸਨ। ਬੜੇ ਪਿਆਰ ਦੇ ਨਾਲ ਇਹ ਸੰਤ ਸੀ, ਸਾਰੀ ਦੁਨੀਆ ਨੂੰ ਮਿਲਦੇ ਸਨ, ਸਾਰਿਆਂ ਨੂੰ ਬੜਾ ਪਿਆਰ ਕਰਦੇ ਸਨ, ਬੱਚਿਆਂ ਨੂੰ ਵੀ ਪਿਆਰ ਕਰਦੇ ਸੀ। ਇਹਨਾਂ ਦਾ ਸਤਸੰਗ ਅਜੇ ਵੀ ਸਾਡੇ ਦਿਲਾਂ ਦੇ ਵਿੱਚ ਵੱਸਦਾ ਹੈਗਾ। ਇਹਨਾਂ ਦਾ ਪਿਆਰ ਵੀ ਸਾਡੇ ਦਿਲਾਂ ਦੇ ਵਿੱਚ ਵੱਸਦਾ ਆ। ਇਹ ਚੜ੍ਹਦੀ ਦੁਨੀਆ ਦੇ ਜਿੰਨੇ ਦੇ ਚੰਦ ਔਰ ਸਿਤਾਰੇ ਨੇ ਉਨੀ ਦੇ ਉਹਨਾਂ ਦਾ ਨਾਮ ਚਮਕੇਗਾ। ਬਿਲਕੁਲ ਜੀ, ਬਿਲਕੁਲ। ਥੈਂਕ ਯੂ ਭੈਣ ਜੀ। ਭਾਜੀ ਮੈਂ 2 ਲਾਈਨਾਂ ਕਹਿਣਾ ਚਾਹੁੰਦੀ ਆ। ਹਾਂਜੀ, ਕਹਿ ਦਿਓ ਭੈਣ ਜੀ, ਸ਼ਾਰਟਕਟ ਜੇ ਰੱਖਿਓ ਮੈਸੇਜ। ਹਾਂਜੀ। अब कैसे छूटे नाम, नाम रट लागी, नाम रट लागी। अब कैसे छूटे नाम, नाम रट लागी, नाम रट लागी। प्रभु जी तुम चंदने हम पानी, प्रभु जी तुम चंदने हम पानी। जाकी अंग अंग बास समानी, जाकी अंग अंग बास समानी। प्रभु जी तुम घन बने हम मोरा, जैसे चितवत चंद चकोरा, जैसे चितवत चंद चकोरा। प्रभु जी तुम दीपक हम बाती, जाकी जोत बरे दिन राती, जाकी जोत बरे दिन राती। प्रभु जी तुम दीपक हम बाती, जाकी जोत बरे दिन राती, जैसे जोत बरे दिन राती। प्रभु जी तुम मोती हम धागा, जैसे सोन मिलत सुहागा, जैसे सोन मिलते सुहागा। प्रभु जी तुम स्वामी हम दासा, ऐसी भक्ति करे रहदासा, ऐसी भक्ति करे रहदासा। प्रभु जी तुम चंदने हम पानी, जैसी अंग अंग बास समानी। थैंक यू भैन जी। तुसी गुरु रविदास जी दी बाणी दे विचों शब्द गायन कीता, गुरु जी दी अमृत बाणी, जिस दे विच बहुत सारे शब्द हैं जिन्हां दा प्रचार नैशनली ते इंटरनैशनली सारे संत कर रहे हैं। पर जो योगदान 108 शहीद संत रामानंद जी ने अपनी जिंदगी दे विच पाया, उसका कोई भी मुल नहीं चुका सकता। मैं उन्होंने जिंदगी के बारे में दस रहा सी कि उन्होंने जन्म 9 फरवरी 1952 1952 ਨੂੰ ਅਲਾਵਲਪੁਰ ਦੇ ਵਿੱਚ ਹੋਇਆ ਤੇ 25 ਮਈ ਅੱਜ ਦੇ ਦਿਨ 2009 ਨੂੰ ਉਹ 57 ਸਾਲਾਂ ਦੇ ਹੋਏ ਸਨ ਤੇ ਉਸ ਵੇਲੇ ਉਹ ਸ਼ਬਦ ਕੀਰਤਨ ਕਰਦਿਆਂ ਵਿਆਨਾ ਆਸਟ੍ਰੇਲੀਆ ਦੀ ਧਰਤੀ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਗਿਆ ਸੀ। ਉਹਨਾਂ ਦੀ ਕੁਰਬਾਨੀ ਨੇ ਭਾਰਤ ਦੇ ਵਿੱਚ ही नहीं पूरी दुनिया दे विच इहो जी हलचल मचा दी सी कि उस वेले लगता सी कि पंजाब इज़ ऑन फायर। जिस तरह अज असीं गल करते हैं लॉकडाउन की गल करते हैं, उस दिन पंजाब टोटली वॉज ऑन फायर। तो उन्हां दा जो फ्यूनरल सी उन्होंने 4 जून 2009 ਨੂੰ डेरा सचखंड बल्लां दे विखे ही उन्होंने क्रिमेट किया गया। उन्हां दे पिता जी श्री महंगा राम जी सन अते माता जी श्रीमती जीत कौर जी सन। असीं उन्हां नूं भी चुक के सलाम करते हाँ। उन्होंने चरणों के भी जो 108 संत
ਰਾਮਾਨੰਦ ਜੀ ਹਨ, ਉਹਨਾਂ ਦੀ ਯਾਦ ਦੇ ਵਿੱਚ ਪੂਰੀ ਕੰਚੀ ਟੀਵੀ ਦੀ ਟੀਮ ਤੇ ਪੂਰੀ ਸੰਗਤ ਦੇ ਵੱਲੋਂ ਉਹਨਾਂ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਬਹੁਤ ਸਾਰੀਆਂ ਕੋਲਾਂ ਆ ਰਹੀਆਂ ਹਨ ਤੇ ਇਸ ਤੋਂ ਪਹਿਲਾਂ ਵੀ ਪ੍ਰੋਗਰਾਮ ਪ੍ਰੈਜੈਂਟਰ ਕਰਦੇ ਹਨ ਤੇ ਹੋਰ ਵੀ 2-4 ਦਿਨ ਇਹ ਪ੍ਰੋਗਰਾਮ ਚੱਲਦੇ ਰਹਿਣੇ ਹਨ ਤੇ ਸਾਨੂੰ ਮਾਣ ਹੈ ਉਹਨਾਂ ਦੀ ਕੁਰਬਾਨੀ ਤੇ ਉਹਨਾਂ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ ਸੀ ਕਿ ਐਜੂਕੇਟਡ ਹੋਣ ਦੇ ਨਾਤੇ ਉਹਨਾਂ ਨੇ ਬਹੁਤ ਸਾਰੇ ਸਕੂਲ ਬਣਾਏ, ਮੰਦਿਰ ਬਣਾਏ। ਉਹਨਾਂ ਦੇ ਵਿੱਚੋਂ ਕੁਛ ਇੱਕ ਨਾਮ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਸੰਤ ਰਾਮਾਨੰਦ ਜੀ ਨੇ ਜ਼ਿੰਦਗੀ ਦੇ ਵਿੱਚ ਉਹਨਾਂ ਨੇ 108 ਸੰਤ ਹਰੀਦਾਸ ਜੀ ਦੇ ਕੋਲੋਂ ਉਹਨਾਂ ਨੇ ਨਾਮ ਲਿਆ ਸੀ ਤੇ 108 ਸੰਤ ਸ਼੍ਰੀ ਗਰੀਬਦਾਸ ਜੀ ਦੇ ਕੋਲੋਂ ਉਹਨਾਂ ਨੂੰ ਇੱਕ ਸੰਤ ਦਾ ਨਾਮ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਚ ਉਹਨਾਂ ਇਕੱਠਿਆਂ ਹੋ ਕੇ ਹੀ ਬਹੁਤ ਸਾਰੇ ਕਾਰੋਬਾਰ ਕੀਤੇ। ਇੱਕ ਕਾਲ ਹੋਰ ਲੈਣੇ ਆ। ਹੈਲੋ ਜੀ। ਹੈਲੋ, ਜੈ ਗੁਰਦੇਵ ਜੀ। ਹੈਲੋ, ਜੈ ਗੁਰਦੇਵ ਜੀ। ਜੈ ਗੁਰਦੇਵ, ਧੰਨ ਗੁਰਦੇਵ। ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੇਰਾ ਨਾਮ ਪੁਸ਼ਪਾ, ਮੈਂ ਹੰਸਲੋ ਤੋਂ ਬੋਲ ਰਹੀ ਹਾਂ। ਹਾਂਜੀ, ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੇਰਾ ਮੈਸੇਜ ਇਹ ਕਿ ਸੰਤਾਂ ਨੂੰ ਮੈਂ ਸ਼ਰਧਾ ਦੇ ਪਿੰਡ ਦੁਨੀਆ, ਥੋੜੀ ਮੇਰੀ ਹੈਲਥ ਨਹੀਂ ਠੀਕ ਹੈ ਜੀ ਤੇ ਮੈਂ ਜਿੱਦਾਂ ਸੰਤਾਂ ਦੇ ਪਿੰਡ ਦੀ ਕੁੜੀ ਹੈ, ਉਹਨਾਂ ਦਾ ਜਿਹੜਾ ਰੀਅਲ ਪਿੰਡ ਸੀ ਸਮਤਾਸਪੁਰ ਸੀਗਾ, ਉਹਨਾਂ ਦਾ ਜਨਮ ਜਿੱਥੇ ਹੋਇਆ ਸੀਗਾ। ਅੱਛਾ ਜੀ, ਹਾਂਜੀ ਹਾਂਜੀ। ਤੇ ਲਾਵਲਪੁਰ ਉਹਦਾ ਜਿਹੜਾ ਸਾਡਾ ਸ਼ਹਿਰ ਪੈ ਜਾਂਦਾ ਹੈ ਨਾ, ਜਿੱਦਾਂ ਪੋਸਟ ਆਫਿਸ ਕਹਿ ਦਿੰਦੇ ਆ, ਮਤਲਬ ਉਹਨਾਂ ਦੇ ਪਿੰਡ ਦੀ ਬਿਲਕੁਲ ਕੁੜੀਆਂ ਉਹਨਾਂ ਦੇ ਵਿਹੜੇ ਚ, ਤੁਸੀਂ ਕਹਿ ਲਓ ਵੀ ਵਿਹੜੇ ਚ ਹੋਈਆਂ ਹਨਾ ਤੇ ਉਹਨਾਂ ਦਾ ਸਰਨੇਮ ਸਾਡਾ ਸੇਮ ਹੀ ਸੀ। ਕੀ ਸੀ ਸਰਨੇਮ? ਮੈਨੂੰ ਤੁਹਾਡਾ ਕੀ ਸਰਨੇਮ ਹੈ ਜੀ? ਬੇਰਦੀ ਹੈ ਨਾ? ਹਾਂਜੀ, ਵਿਰਦੀ ਸੀ ਸਰਨੇਮ ਸੰਤ ਰਾਮਾਨੰਦ ਜੀ ਦੇ। ਹਾਂਜੀ ਹਾਂਜੀ। ਤੇ ਉਹਨਾਂ ਦਾ ਜਿਹੜਾ ਪਿੰਡ ਅਸਲੀ ਪਿੰਡ ਰਮਦਾਸਪੁਰ ਸੀਗਾ ਤੇ ਲਾਵਲਪੁਰ ਜਿਹਦਾ ਸਿਟੀ ਪੈ ਜਾਂਦੀ, ਲਾਵਲਪੁਰ ਸਿਟੀ ਦੇ ਵਿੱਚ। ਹਾਂਜੀ 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 ਹਾਂਜੀ। ਉਦੋਂ ਉਹਨਾਂ ਦਾ ਜਿਹੜਾ ਰੀਅਲ ਜਨਮ ਰਮਦਾਸਪੁਰ ਹੈ ਉਹਨਾਂ ਦਾ। ਕਰੈਕਸ਼ਨ ਕਰਨ ਦਾ ਥੈਂਕ ਯੂ। ਕਿਉਂਕਿ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਹਾਂ ਤੇ ਉਸ ਵੇਲੇ ਅਸੀਂ ਗੱਲ ਕਰਦੇ ਹਾਂ ਵੱਡੇ ਟਾਊਨ ਦੀ, ਚਾਹੇ ਉਹ ਜਲੰਧਰ ਦੀ ਗੱਲ ਹੋਵੇ, ਚਾਹੇ ਉਹ ਪੰਜਾਬ ਦੀ ਗੱਲ ਹੋਵੇ, ਜਾਂ ਫਿਰ ਅਸੀਂ ਇੰਡੀਆ ਦੇ ਵਿੱਚ ਕਹਿ ਰਹੇ ਹਾਂ ਕਿ ਉਹਨਾਂ ਦਾ ਜਨਮ ਇੰਡੀਆ ਵਿੱਚ ਹੋਇਆ ਸੀ, ਪੰਜਾਬ ਵਿੱਚ ਹੋਇਆ ਸੀ ਜਾਂ ਜਲੰਧਰ ਵਿੱਚ ਹੋਇਆ ਸੀ। ਉਹਨਾਂ ਨੇ ਜੋ ਨੈਸ਼ਨਲੀ ਤੇ ਇੰਟਰਨੈਸ਼ਨਲੀ ਉਹ ਕੰਮ ਕੀਤੇ ਹਨ, ਉਹਨਾਂ ਦੀ ਦੇਣ ਕੋਈ ਵੀ ਨਹੀਂ ਦੇ ਸਕਦਾ। ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਕਿ ਉਹਨਾਂ ਨੇ ਵੱਡੇ ਸੰਤ ਸਨ, ਸੰਤ ਹਰੀਦਾਸ ਜੀ, ਸ਼੍ਰੀ 108 ਸੰਤ ਹਰੀਦਾਸ ਜੀ ਦੇ ਕੋਲੋਂ ਉਹਨਾਂ ਨੇ ਨਾਮਦਾਨ ਲਿਆ ਸੀ। ਉਹਨਾਂ ਨੇ ਨਾਮਦਾਨ ਲੈਣ ਤੋਂ ਬਾਅਦ ਦੇ ਵਿੱਚ 108 ਸੰਤ ਗਰੀਬਦਾਸ ਜੀ ਦੇ ਨਾਲ ਰਲ ਕੇ ਉਹਨਾਂ ਨੇ ਬਹੁਤ ਸਾਰੇ ਟਰੈਵਲ ਕੀਤੇ ਨੈਸ਼ਨਲੀ ਤੇ ਇੰਟਰਨੈਸ਼ਨਲੀ। ਉਸ ਤੋਂ ਬਾਅਦ ਦੇ ਵਿੱਚ ਇਸ ਵੇਲੇ ਜੋ ਸੰਤ ਹਨ, ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਨੇ ਦੇ ਨਾਲ ਰਲ ਕੇ ਉਹਨਾਂ ਨੇ ਬਹੁਤ ਸਾਰੇ ਪ੍ਰੋਜੈਕਟ ਵੀ ਉਹਨਾਂ ਨੇ ਬਣਾਏ ਹਨ। ਉਹਨਾਂ ਦੀ ਵੀ ਮੈਂ ਆਪਣਾ ਥੋੜ੍ਹਾ ਜਿਹਾ ਚਾਨਣਾ ਪਾ ਦੇਵਾਂ ਕਿ ਜੋ ਕਾਂਚੀ ਬਨਾਰਸ ਦੇ ਵਿੱਚ ਮੰਦਿਰ ਹੈ, ਉਸ ਦੀ ਨੀਂਹ 1964 ਦੇ ਵਿੱਚ ਰੱਖੀ ਗਈ ਸੀ। ਉਸ ਤੋਂ ਪਹਿਲਾਂ ਐਜੂਕੇਸ਼ਨ ਨਾ ਹੁੰਦਿਆਂ ਹੋਇਆਂ ਜੋ ਗੁਰੂ ਜੀ ਦੇ ਸ਼ਬਦ ਕਿਹਾ ਹੈ ਕਿ ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ, ਕਿ ਸਾਡੀ ਮੱਤ ਦਾ ਦੀਵਾ ਬਹੁਤ ਮੱਧਮ ਹੁੰਦਾ ਜਾਂਦਾ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਨੂੰ ਐਜੂਕੇਸ਼ਨ ਦਾ ਹੱਕ ਲੈ ਕੇ ਦੇ ਕੇ ਗਏ ਤੇ ਉਸ ਤੋਂ ਪਹਿਲਾਂ ਕਦੇ ਹਿਸਟਰੀ ਦੇ ਵਿੱਚ, ਕਦੇ ਕਿਤਾਬਾਂ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਦਾ ਨਾਮ ਵੀ ਨਹੀਂ ਸੀ ਸੁਣਿਆ ਜਾਂਦਾ। ਜਿਉਂ-ਜਿਉਂ ਚਾਨਣ ਆਉਂਦਾ ਗਿਆ, ਜਿਉਂ-ਜਿਉਂ ਲਾਈਟ ਆਉਂਦੀ ਗਈ, ਜਿਉਂ-ਜਿਉਂ ਐਜੂਕੇਸ਼ਨ ਆਉਂਦੀ ਗਈ, ਤਿਉਂ-ਤਿਉਂ ਅਸੀਂ ਗੁਰੂ ਰਵਿਦਾਸ ਜੀ ਦੀ ਹਿਸਟਰੀ ਬਾਰੇ ਵਿੱਚ, ਗੁਰੂ ਰਵਿਦਾਸ ਜੀ ਦੇ ਸ਼ਬਦਾਂ ਦੇ ਬਾਰੇ ਵਿੱਚ, ਗੁਰੂ ਰਵਿਦਾਸ ਜੀ ਦੀ ਬਾਣੀ ਦੇ ਬਾਰੇ ਵਿੱਚ ਡਿਸਕਵਰੀ ਕਰਦੇ ਗਏ। ਇਸੇ ਤਰ੍ਹਾਂ ਹੀ 1964 ਦੇ ਵਿੱਚ 1964 ਦੇ ਵਿੱਚ ਉਹ ਮੰਦਿਰ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ। ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਸ਼੍ਰੀ ਗੋਵਰਧਨਪੁਰ ਵਾਰਾਣਸੀ ਦੇ ਵਿੱਚ, ਉਸ ਦੇ ਵਿੱਚ ਵੀ ਸੰਤਾਂ ਨੇ ਬਹੁਤ ਸਾਰਾ ਹਿੱਸਾ ਪਾਇਆ। ਇਸ ਦੇ ਨਾਲ ਹੀ ਜੋ ਅੱਜ ਚੱਲ ਰਿਹਾ ਹੈ ਕਠਾਰ ਦੇ ਵਿੱਚ ਹਸਪੀਟਲ, ਜਿਸ ਦੇ ਵਿੱਚ ਸੰਤਾਂ ਨੇ ਕਿਹਾ ਸੀ ਕਿ ਜੋ ਕਰੋਨਾ ਵਾਇਰਸ ਦੇ ਲਈ ਅਗਰ ਜ਼ਰੂਰਤ ਪਈ ਤੇ ਉਹ ਸਾਰਾ ਹਸਪੀਟਲ ਅਵੇਲੇਬਲ ਹੈ ਤੇ ਉਸ ਦੀ ਉਸਾਰੀ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰਾ ਅੱਡਾ ਕਠਾਰ ਦੇ ਵਿੱਚ ਹਿੱਸਾ ਪਾਇਆ। ਇਸ ਦੇ ਨਾਲ ਹੀ ਜੋ ਸਤਸੰਗ ਭਵਨ ਹੈ ਸੱਚਖੰਡ ਬੱਲਾ ਵਿੱਚ, ਉਹਨਾਂ ਦੇ ਵਿੱਚ ਵੀ ਉਹਨਾਂ ਨੇ ਕੰਸਟਰਕਸ਼ਨ ਦੇ ਵਿੱਚ ਬਹੁਤ ਸਾਰਾ ਹਿੱਸਾ ਪਾਇਆ। ਇਸ ਦੇ ਨਾਲ ਹੀ ਜੋ ਹਰੀਆਬਾਦ ਫਗਵਾੜੇ ਦੇ ਵਿੱਚ ਮੰਦਿਰ ਹੈ, ਉਸ ਦੇ ਵਿੱਚ ਵੀ ਉਹਨਾਂ ਨੇ ਕੰਸਟਰਕਸ਼ਨ ਵਿੱਚ ਹਿੱਸਾ ਪਾਇਆ। ਉਸ ਦੇ ਨਾਲ ਉਹਨਾਂ ਨੇ ਜੋ ਸੰਤ ਸਰਬਨਦਾਸ ਮਾਡਲ ਹਾਈ ਸਕੂਲ ਹਰੀਆਬਾਦ ਵਿੱਚ ਬਣਾਇਆ, ਉਸ ਦੇ ਵਿੱਚ ਬਹੁਤ ਸਾਰਾ ਹਿੱਸਾ ਪਾਇਆ। ਇੱਕ ਕੋਲ ਲੈਣੇ ਆ। ਹੈਲੋ ਜੀ, ਜੈ ਗੁਰਦੇਵ ਭਾਜੀ। ਜੈ ਗੁਰਦੇਵ, ਧੰਨ ਗੁਰਦੇਵ। ਵੀਰ ਜੀ ਕੌਣ ਤੇ ਕਿੱਥੋਂ ਬੋਲ ਰਿਹਾ ਜੀ? ਮੈਂ ਗੁਰਨਾਮ ਬੋਲਦਾ ਭਾਜੀ, ਇਟਲੀ ਤੋਂ ਜੀ। ਗੁਰਨਾਮ ਜੀ, ਸਵਾਗਤ ਹੈ ਤੁਹਾਡਾ। ਮੈਸੇਜ ਲਾਈਵ ਆਉਂਦਾ ਰਹੋ, ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ ਜੀ ਤੁਹਾਡਾ। ਮੈਂ ਬਸ ਇਹੀ ਸੰਤ ਰਾਮਾਨੰਦ ਮਹਾਰਾਜ ਜੀ ਬਾਰੇ ਦੋ ਲਾਈਨਾਂ ਕਹਿਣੀਆਂ ਚਾਹੁੰਦਾ ਸੀਗਾ। ਹਾਂਜੀ, ਕਹੋ ਜੀ, ਕਹੋ ਜੀ। ਸ਼ਰਧਾਂਜਲੀ ਭੇਟ ਕਰੋ ਸਾਰੇ ਜਾਣੇ। ਹਾਂਜੀ, ਥੈਂਕ ਯੂ ਜੀ। ਸੰਤ ਰਾਮਾਨੰਦ ਸੰਤ
ਕੌਮ ਦੇ ਮਹਾਨ ਸੀ ਸੰਤ ਰਾਮਾਨੰਦ ਸੰਤ, ਕੌਮ ਦੇ ਮਹਾਨ ਸੀ ਦੇ ਕੇ ਸ਼ਹੀਦੀ ਉਹਨਾਂ ਉੱਚੀ ਕੀਤੀ ਸ਼ਾਨ ਸੀ। ਸੰਤ ਰਾਮਾਨੰਦ ਸੰਤ ਰਾਮਾਨੰਦ ਪੜ੍ਹਦੇ ਸੀ ਬਾਣੀ ਉਹਦੀ ਰੱਬ ਨੂੰ ਤੇ ਆਉਂਦੇ ਸੀ, ਨਾਮ ਜਪਦੇ ਸੀ ਸੰਗਤਾਂ ਨੂੰ ਜਪਾਉਂਦੇ ਸੀ। ਪੜ੍ਹਦੇ ਸੀ ਬਾਣੀ ਉਹਦੀ ਰੱਬ ਨੂੰ ਤੇ ਆਉਂਦੇ ਸੀ, ਨਾਮ ਜਪਦੇ ਸੀ ਸੰਗਤਾਂ ਨੂੰ ਜਪਾਉਂਦੇ ਸੀ। ਮਹਿਮਾ ਉਹਦੀ ਨਾਲੋਂ ਕਦੇ ਟੁੱਟਦਾ ਨਾ ਧਿਆਨ ਸੀ, ਦੇ ਕੇ ਸ਼ਹੀਦੀ ਉਹਨਾਂ ਉੱਚੀ ਕੀਤੀ ਸ਼ਾਨ ਸੀ। ਸੰਤ ਰਾਮਾਨੰਦ ਸੰਤ ਰਾਮਾਨੰਦ ਕੰਚੀ ਮੰਦਰ ਨੂੰ ਸੋਨੇ ਚ ਮੜਾਉਣਾ ਹੈ, ਚਲੋ ਸਾਧ ਸੰਗਤ ਇਤਿਹਾਸ ਰਚਾਉਣਾ ਹੈ। ਕੰਚੀ ਮੰਦਰ ਨੂੰ ਸੋਨੇ ਚ ਮੜਾਉਣਾ ਹੈ, ਚਲੋ ਸਾਧ ਸੰਗਤ ਜੀ ਇਤਿਹਾਸ ਰਚਾਉਣਾ ਹੈ। ਉਹਦਾ ਦਿੱਤਾ ਹੋਇਆ ਹੋਕਾ ਸੰਗਤਾਂ ਲਈ ਮਾਣ ਸੀ, ਦੇ ਕੇ ਸ਼ਹੀਦੀ ਉਹਨਾਂ ਉੱਚੀ ਕੀਤੀ ਸ਼ਾਨ ਸੀ। ਸੰਤ ਰਾਮਾਨੰਦ ਸੰਤ ਰਾਮਾਨੰਦ ਮੀਡੀਆ ਚਲਾਉਣਾ ਇਹ ਵੀ ਉਹਨਾਂ ਦਾ ਨਿਸ਼ਾਨਾ ਸੀ, ਮੀਡੀਆ ਚਲਾਉਣਾ ਇਹ ਵੀ ਉਹਨਾਂ ਦਾ ਨਿਸ਼ਾਨਾ ਸੀ। ਚੁੱਕ ਚੁੱਕ ਮੱਥੇ ਤਾਈਓ ਟੇਕਦਾ ਜ਼ਮਾਨਾ ਸੀ, ਦੱਸਣ ਵਧੀਕੀਆਂ ਜੋ ਸਾਡਾ ਨੁਕਸਾਨ ਸੀ, ਦੇ ਕੇ ਸ਼ਹੀਦੀ ਉਹਨਾਂ ਉੱਚੀ ਕੀਤੀ ਸ਼ਾਨ ਸੀ। ਸੰਤ ਰਾਮਾਨੰਦ ਸੰਤ ਰਾਮਾਨੰਦ ਥੈਂਕ ਯੂ ਜੀ, ਥੈਂਕ ਯੂ ਵੀਰ ਚੰਦ ਜੀ, ਦਿਨ ਰਾਤ ਥੈਂਕ ਯੂ ਵੀਰ ਜੀ। ਕਿਉਂਕਿ ਤੁਸੀਂ ਜੋ ਸ਼ਬਦ ਹੁੰਦੇ ਹਨ, ਗੀਤ ਹੁੰਦੇ ਹਨ, ਉਹਨਾਂ ਨੂੰ ਰਿਕਾਰਡ ਕਰਕੇ ਸਾਡੇ ਕੋਲ ਭੇਜ ਦਿਆ ਕਰੋ। ਅਸੀਂ ਡੇ ਟਾਈਮ ਦੇ ਸਾਡੇ ਕੋਲ ਬਹੁਤ ਸਾਰਾ ਟਾਈਮ ਹੁੰਦਾ ਹੈ, ਅਸੀਂ ਜ਼ਰੂਰ ਪਲੇ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸ਼ਬਦਾਂ ਦਾ, ਗੀਤਾਂ ਦੁਆਰਾ ਤੁਸੀਂ ਸ਼ਰਧਾਂਜਲੀਆਂ ਪੇਂਟ ਕਰ ਰਹੇ ਹੋ। ਉਹਨਾਂ ਦੀ ਵਾਕਿਆ ਹੀ ਜ਼ਿੰਦਗੀ ਬਹੁਤ ਮਹਾਨ ਸੀ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇ ਹਨੇਰੇ 'ਚੋਂ ਬਾਹਰ ਕੱਢਿਆ। ਜਿਸ ਤਰ੍ਹਾਂ ਗੁਰੂ ਰਵਿਦਾਸ ਜੀ ਦੇ ਸ਼ਬਦ ਹਨ, ਉਹਨਾਂ ਨੂੰ ਪ੍ਰੈਕਟੀਕਲੀ ਅਡੋਪਟ ਕਰਨ ਦੇ ਲਈ, ਉਹਨਾਂ ਨੂੰ ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚਾਉਣ ਦੇ ਲਈ ਕਿ ਇਹੋ ਜਿਹਾ ਇੱਕ ਲੀਡਰ ਦੀ ਜ਼ਰੂਰਤ ਹੁੰਦੀ ਹੈ। ਸੰਤ ਰਾਮਾਨੰਦ ਜੀ ਇੱਕ ਸੱਚੇ ਤੇ ਸੁੱਚੇ ਲੀਡਰ ਸਨ, ਪ੍ਰਚਾਰਕ ਸਨ, ਫਿਲਾਸਫਰ ਸਨ, ਜਿਨ੍ਹਾਂ ਨੇ ਸ਼੍ਰੀ ਅੰਮ੍ਰਿਤ ਬਾਣੀ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਆ। ਉਹ ਇੱਕ ਯੂਨੀਕ ਐਡਮਿਨਿਸਟ੍ਰੇਟਰ ਵੀ ਸਨ, ਜਿਹੜੇ ਹਰ ਇੱਕ ਪ੍ਰੋਜੈਕਟ ਨੂੰ, ਜਿਸ ਤਰ੍ਹਾਂ ਪ੍ਰੋਜੈਕਟਸ ਮੈਂ ਗਿਣ ਰਿਹਾ ਸੀ ਜੋ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕੀਤੇ, ਉਹਨਾਂ ਨੇ ਅੱਗੇ ਹੋ ਕੇ ਉਸ ਪ੍ਰੋਜੈਕਟ ਦੇ ਵਿੱਚ ਹਿੱਸਾ ਪਾਇਆ। ਜਿਸ ਤਰ੍ਹਾਂ ਸਾਡੇ ਭੈਣ ਜੀ ਕਸ਼ਲਿਆ ਜੀ ਵੀ ਦੱਸ ਕੇ ਗਏ ਹਨ ਕਿ ਉਹਨਾਂ ਨੇ ਆਪ ਸਿਰ ਤੇ ਟੋਕਰੀ ਚੱਕ ਕੇ ਉਹਨਾਂ ਮੰਦਰਾਂ ਦੀ ਉਸਾਰੀ ਕੀਤੀ, ਤੇ ਜਦੋਂ ਵੀ ਕਿਤੇ ਉਹ ਮਿਲਦੇ ਸੀ ਤੇ ਸਮੁੱਚੀ ਸਾਧ ਸੰਗਤ ਨੂੰ ਗੁਰੂ ਦੀ ਬਾਣੀ ਦੇ ਵਿੱਚੋਂ ਆਦੇਸ਼ ਦਿੰਦੇ ਸਨ। ਤੇ ਜਦ ਤੁਹਾਨੂੰ ਪੰਜਾਬ ਦੇ ਵਿੱਚ ਜਾਂ ਇੰਡੀਆ ਵਿੱਚ ਜਦ ਉੱਥੇ ਗਿਆ ਵੀ ਮਿਲਦੇ ਸੀ, ਤੇ ਉਹ ਜੋ ਵੀ ਉਹ ਕੰਮ ਕਰਦੇ ਸੀ, ਉਹ ਆਪ ਤੁਹਾਡੇ ਨਾਲ ਉੱਠ ਕੇ ਜਾ ਕੇ ਤੁਹਾਨੂੰ ਪੂਰੀ ਦੀ ਹਰ ਇੱਕ ਚੀਜ਼ ਦੀ ਖਬਰ ਦਿੰਦੇ ਸੀ। ਮੈਨੂੰ ਯਾਦ ਹੈ ਕਿ ਜਦੋਂ ਮੈਂ ਤੇ ਮਿਸੀ ਤੇ ਨਤਾਸ਼ਾ ਵੀ ਨਾਲ ਸੀ, ਅਸੀਂ ਫਗਵਾੜੇ ਵਿੱਚ ਉਹਨਾਂ ਨੂੰ ਮਿਲਣ ਗਏ, ਤੇ ਉਹਨਾਂ ਨੇ ਜਾ ਕੇ ਸਾਨੂੰ ਹਰੀਆਬਾਦ ਦੇ ਵਿੱਚ ਜੋ ਸਕੂਲ ਬਣ ਰਿਹਾ ਸੀ, ਉਹਨਾਂ ਦੀ ਕੱਲੀ ਚੀਜ਼ ਦੇ ਬਾਰੇ ਵਿੱਚ ਦੱਸਿਆ ਕਿ ਅਸੀਂ ਇੱਥੇ ਇਹ ਚੀਜ਼ ਬਣਾ ਰਹੇ ਹਾਂ, ਅਸੀਂ ਇੱਥੇ ਇਹ ਚੀਜ਼ ਬਣਾ ਰਹੇ ਹਾਂ। ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਸੀ ਜਦੋਂ ਉਹਨਾਂ ਨੂੰ ਕੋਈ ਮਿਲਦਾ ਸੀ। ਉਹਨਾਂ ਦੇ ਚਿਹਰੇ ਤੇ, ਜਿਸ ਤਰ੍ਹਾਂ ਪਹਿਲਾਂ ਗੱਲ ਕਹਿ ਰਿਹਾ, ਹਰ ਵੇਲੇ ਨੂਰ ਚਮਕਦਾ ਰਹਿੰਦਾ ਸੀ। ਉਹਨਾਂ ਦਾ ਬਚਪਨ ਤੋਂ ਹੀ ਸੰਤਾਂ ਵਾਲਾ ਸੁਭਾਅ ਸੀ। ਉਹ ਇੱਕ ਮਿਸ਼ਨਰੀ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਰਵਿਦਾਸ ਦੇ ਮਿਸ਼ਨ ਨੂੰ ਅੱਗੇ ਲੈ ਜਾਣ ਦੇ ਵਿੱਚ ਇੱਕ ਬਹੁਤ ਹੀ ਹਿੱਸਾ ਪਾਇਆ। ਤੇ ਜਿਸ ਤਰ੍ਹਾਂ ਗੱਲ ਕਰ ਰਿਹਾ ਸੀ ਕਿ 100 ਜੋ ਮਤਲਬ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਹੈ ਸ਼੍ਰੀ ਗੋਵਰਧਨਪੁਰ ਦੇ ਵਿੱਚ, ਉਹਨਾਂ ਦੇ ਉਸ ਸਾਰੇ ਵਿੱਚ ਹਿੱਸਾ ਪਾਇਆ। ਜੋ ਹਸਪੀਟਲ ਹੈ, ਬਹੁਤ ਬੜਾ ਹਸਪੀਟਲ ਹੈ ਕਠਾਰ ਦੇ ਵਿੱਚ, ਸ਼ਾਮ 84 ਦੇ ਲਾਗੇ, ਉਸ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰਾ ਹਿੱਸਾ ਪਾਇਆ। ਤੇ ਜੋ ਬੱਲਾਂ ਦੇ ਵਿੱਚ, ਸੱਚਖੰਡ ਬੱਲਾਂ ਦੇ ਵਿੱਚ ਸਤਸੰਗ ਭਵਨ ਹੈ, ਉਸ ਦੀ ਉਸਾਰੀ ਦੇ ਵਿੱਚ ਹਿੱਸਾ ਪਾਇਆ। ਤੇ ਫਗਵਾੜਾ ਜੋ ਉੱਥੇ ਵਿੱਚ ਮੰਦਿਰ ਵੀ ਹੈ, ਗੁਰੂ ਰਵਿਦਾਸ ਦੇ ਨਾਮ ਤੇ ਮੰਦਿਰ ਵੀ ਬਣਾਇਆ ਗਿਆ ਹੈ। ਉਸ ਦੇ ਨਾਲ ਹੀ ਮਾਡਲ ਸਕੂਲ
ਹਰੀਆਬਾਦ ਦੇ ਵਿੱਚ ਬਣਾਇਆ। ਉਸ ਦੇ ਨਾਲ ਹੀ ਆਈ ਹਸਪੀਟਲ, ਅੱਖਾਂ ਦਾ ਹਸਪੀਟਲ ਬੱਲਾਂ ਦੇ ਵਿੱਚ ਵੀ ਬਣਾਇਆ। ਇਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪੰਜਾਬ ਤੋਂ ਬਾਹਰ ਨਿਕਲ ਕੇ ਹਰਿਆਣੇ ਦੇ ਵਿੱਚ ਜਾ ਕੇ ਵੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਮੰਦਿਰ ਸ਼੍ਰੀਗੜ੍ਹ ਦੇ ਵਿੱਚ ਬਣਾਏ। ਇਸ ਦੇ ਨਾਲ ਨਾਲ ਉਹਨਾਂ ਨੇ ਜੋ ਸੰਤ ਬਾਬਾ ਪਿੱਪਲ ਦਾਸ ਜੀ ਸਨ, ਜੋ ਬਠਿੰਡੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ, ਉਹਨਾਂ ਦੇ ਜਨਮ ਸਥਾਨ ਤੇ ਜਾ ਕੇ ਵੀ ਉਹਨਾਂ ਨੇ ਉਹ ਮੰਦਿਰ ਉਸਾਰੀ ਕੀਤੇ। ਇਸ ਦੇ ਨਾਲ ਨਾਲ ਉਹਨਾਂ ਨੇ ਪੂਨੇ ਦੇ ਵਿੱਚ ਜਾ ਕੇ ਗੱਲ ਕੀ, ਉਹਨਾਂ ਨੇ ਭਾਰਤ ਦੇ ਵਿੱਚ ਹੀ ਨਹੀਂ, ਉਹਨਾਂ ਨੇ ਲੰਡਨ ਦੇ ਵਿੱਚ, ਬਰਮਿੰਘਮ ਦੇ ਵਿੱਚ, ਮਾਨਚੈਸਟਰ, ਅਸੀਂ ਸਕਾਟਲੈਂਡ ਦੀ ਗੱਲ ਕਰ ਲਈਏ, ਅਮਰੀਕਾ ਦੀ ਗੱਲ ਕਰ ਲਈਏ, ਚਾਹੇ ਅਸੀਂ ਆਸਟ੍ਰੇਲੀਆ ਦੀ ਗੱਲ ਕਰ ਲਈਏ, ਚਾਹੇ ਅਸੀਂ ਫਰਾਂਸ ਦੀ ਗੱਲ ਕਰ ਲਈਏ, ਸਪੇਨ ਦੀ ਗੱਲ ਕਰ ਲਈਏ, ਇਟਲੀ ਦੀ ਗੱਲ ਕਰ ਲਈਏ, ਉਹ ਹਰ ਇੱਕ ਸ਼ਹਿਰ ਦੇ ਵਿੱਚ ਜਾ ਗਏ ਤੇ ਉੱਥੇ ਦੇ ਲੋਕਾਂ ਨੂੰ ਗੁਰੂ ਰਵਿਦਾਸ ਜੀ ਦੇ ਮਿਸ਼ਨ ਦੇ ਨਾਲ ਜੋੜਿਆ, ਗੁਰੂ ਰਵਿਦਾਸ ਜੀ ਦੀ ਬਾਣੀ ਦੇ ਨਾਲ ਜੋੜਿਆ। ਉਹਨਾਂ ਨੇ ਗੁਰੂ ਰਵਿਦਾਸ ਜੀ ਦੇ ਇੱਕ ਇਹੋ ਜਿਹਾ ਮਿਸ਼ਨ ਸਾਹਮਣੇ ਲਿਆ ਕੇ ਰੱਖਿਆ ਕਿ ਗੁਰੂ ਰਵਿਦਾਸ ਜੀ ਦਾ ਮਿਸ਼ਨ ਸੀ ਉਹ ਇਹੀ ਦੱਸਦਾ ਸੀ ਕਿ ਅਸੀਂ, ਸਾਡੇ ਕਿਸੇ ਵਿੱਚ ਕੋਈ ਫਰਕ ਨਹੀਂ, ਅਸੀਂ ਸਭ ਇੱਕ ਹੈ, ਅਸੀਂ ਸਾਰੇ ਇਨਸਾਨ ਇੱਕ ਹੈ। हिंदू तुर्क में भेद नहीं, सब में एक रत और मासा, दो एक दूजा कोई नहीं, पेख्यो सोध रविदासा। गुरु रविदास जी की फिलोसफी का उन्होंने प्रचार किया। उन्होंने बहुत सारिया देना उन्होंने साडे नाल हन। शायद वो अज, काश वो अज साडे नाल हुंदे ते अज जो उन्होंने जो दिखे हुए, जो उन्होंने कहे हुए शब्द हैं कि साढ़े को अपना मीडिया होना चाहिए है, अज उन्होंने ही आवाज़ करके, अज जो कांची टीवी है उन्होंने ही आवाज़ है, वही उन्होंने एक सपना सी कि साडा अपना मीडिया होए, साढ़े को अपने स्कूल होण, साढ़े को अपने हॉस्पिटल होण, साडे बच्चे एजुकेट होण। उन्होंने भरमा ਭਲੇਖਿਆਂ ਦੇ ਵਿੱਚੋਂ ਕੱਢ ਕੇ ਇੱਕ ਮਾਡਰਨ ਤਰੀਕੇ ਦੇ ਨਾਲ ਇਸ ਜ਼ਿੰਦਗੀ ਨੂੰ ਸਫਲ ਬਣਾਉਣ ਦਾ ਆਦੇਸ਼ ਦਿੱਤਾ। ਉਹਨਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਐਜੂਕੇਟ ਹੋਣ ਲਈ ਕਿਹਾ। ਉਹਨਾਂ ਨੇ ਸਕੂਲ ਬਣਾਏ, ਉਹਨਾਂ ਨੇ ਹਸਪੀਟਲ ਬਣਾਏ, ਉਹਨਾਂ ਨੇ ਮੰਦਿਰ ਬਣਾਏ, ਉਹਨਾਂ ਨੇ ਲੋਕਾਂ ਨੂੰ घर घर ਦੇ ਵਿੱਚ ਜਾ ਕੇ, ਮੇਰਾ ਖਿਆਲ ਇੰਗਲੈਂਡ ਦੇ ਵਿੱਚ, ਯੂਰਪ ਦੇ ਵਿੱਚ ਕੋਈ ਇਹੋ ਜਿਹਾ ਘਰ ਨਹੀਂ ਹੋਊਗਾ ਜਿਸ ਦੇ ਵਿੱਚ ਸੰਤ ਰਾਮਾਨੰਦ ਜੀ ਤੇ ਇਸ ਦੇ ਨਾਲ ਹੀ 108 ਸੰਤ ਨਰਿੰਦਰ ਦਾਸ ਜੀ ਨਾ ਗਏ ਹੋਣ। ਉਸ ਦੇ ਨਾਲ ਹੀ ਜੋ ਅੱਜ ਵੀ ਜਦੋਂ ਸੰਤ ਮਹਾਂਪੁਰਸ਼ ਆਉਂਦੇ ਹਨ ਉਹ ਵੀ ਕੋਸ਼ਿਸ਼ ਕਰਦੇ ਹਨ ਕਿ ਇੱਥੋਂ ਜੋ ਵੀ ਪੈਸਾ ਇਕੱਠਾ ਕਰਕੇ ਲਿਜਾਂਦੇ ਹਨ, ਜੋ ਸੰਗਤਾਂ ਉਹਨਾਂ ਨੂੰ ਪੈਸੇ ਦਿੰਦੀਆਂ ਹਨ, ਉਹ ਉੱਥੇ ਜਾ ਕੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਿਤੇ ਵੀ ਉਹ ਚੰਗੀ ਜਗ੍ਹਾ ਤੇ ਲਾਏ ਜਾਂਦੇ ਹਨ। ਜਿਸ ਤਰ੍ਹਾਂ ਮੈਂ ਗੱਲ ਕਰਦਾ ਸੀ ਕਿ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ, ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੇ ਇਸ ਪੈਸੇ ਨੂੰ ਮਿਸਯੂਜ਼ ਨਹੀਂ ਕੀਤਾ, ਅਬਿਊਜ਼ ਨਹੀਂ ਕੀਤਾ। ਸੰਗਤਾਂ ਦੇ ਪੈਸੇ ਨੂੰ ਜਿੱਥੇ ਵੀ ਸੰਗਤਾਂ ਨੂੰ ਪੈਸਾ ਦਿੱਤਾ ਗਿਆ ਸੀ ਉੱਥੇ ਹੀ ਉਹ ਲਾਇਆ ਗਿਆ ਤੇ ਉਹਨਾਂ ਦੇ ਆਸ਼ੀਰਵਾਦ ਸਦਕਾ ਅੱਜ ਟੈਲੀਵਿਜ਼ਨ ਤੁਹਾਡਾ ਆਪਣਾ ਹੈ, ਅੱਜ ਰੇਡੀਓ ਤੁਹਾਡਾ ਆਪਣਾ ਹੈ, ਅੱਜ ਨਿਊਜ਼ਪੇਪਰ ਤੁਹਾਡੇ ਆਪਣੇ ਹਨ, ਅੱਜ ਲੀਡਰ ਤੁਹਾਡੇ ਆਪਣੇ ਹਨ, ਅੱਜ ਸਕੂਲ ਤੁਹਾਡੇ ਆਪਣੇ ਹਨ, ਅੱਜ ਟੀਚਰ ਤੁਹਾਡੇ ਆਪਣੇ ਹਨ, ਅੱਜ ਪ੍ਰਚਾਰਕ ਤੁਹਾਡੇ ਆਪਣੇ ਹਨ, ਅੱਜ ਗੀਤ ਤੇ ਸੰਗੀਤਕਾਰ ਤੁਹਾਡੇ ਆਪਣੇ ਹਨ। ਉਹਨਾਂ ਨੇ ਇੱਕ ਇਹੋ ਜਿਹੀ ਇੱਕ ਸ਼ੁਰੂਆਤ ਕੀਤੀ ਕਿ ਸਾਨੂੰ ਕਿਸੇ ਕੋਲ ਹੱਥ ਨਾ ਅੱਡਣੇ ਪੈਣ, ਸਾਨੂੰ ਕਿਸੇ ਕੋਲ ਜਾ ਕੇ ਪ੍ਰਚਾਰਕ ਨਾ ਮੰਗਣੇ ਪੈਣ, ਸਾਨੂੰ ਕਿਸੇ ਕੋਲ ਜਾ ਕੇ ਸੰਗੀਤਕਾਰ ਦੇ ਗੀਤ ਕਰਨਾ ਮੰਗਣੇ ਪੈਣ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆਪ ਅੱਗੇ ਆਵੋ, ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਵੋ। ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਕਿ ਫਗਵਾੜੇ ਦੇ ਵਿੱਚ ਜੋ ਸਕੂਲ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਸੰਗੀਤ ਅਕੈਡਮੀ ਬਣਾਈ। ਇੱਥੇ ਆ ਕੇ ਵੀ ਸਕੂਲ ਦੇ ਵਿੱਚ ਬੱਚਿਆਂ ਨੂੰ ਪ੍ਰੇਰਿਤ ਕਰਦੇ ਸਨ, ਉਹਨਾਂ ਨੂੰ ਸ਼ਬਦਾਂ ਨਾਲ ਜੋੜਦੇ ਸਨ, ਉਹਨਾਂ ਨੂੰ ਰਚਨਾਵਾਂ ਦੇ ਨਾਲ ਜੋੜਦੇ ਸਨ, ਉਹਨਾਂ ਨੂੰ ਕਹਿੰਦੇ ਸਨ ਕਿ ਤੁਸੀਂ ਆਪ ਸੰਗੀਤ ਕਰੋ, ਤੁਸੀਂ ਆਪ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਪ੍ਰਚਾਰ ਕਰੋ। ਤਾਸ਼ਾ ਜੀ ਕੋਲ ਪੁੱਛਾਂਗਾ ਕਿ ਉਹ ਸੰਤ ਰਾਮਾਨੰਦ ਜੀ ਦੀ ਜੋ ਸ਼ਹੀਦੀ ਪੁਰਬ ਹੈ 25 जो मई है 25 मई 2020 11 साल हो गए हैं, उस ताशा जी जो श्रद्धांजलि है जो अपने बोलों वो की कहना चाहिए ताशा जी? As we all know, Sant Ramanand Ji was one of the spiritual leaders at Dera Sachkhand Balla. He was, as we said earlier, he was a saint. He was a person close to God. He and Sant Naranjan Das Ji were travelling around Europe spreading God's message and Guru Das Ji's teachings, and they were preaching the name of God on the 24th of May 2009, and they were both attacked at a temple in Vienna in Austria. They were obviously unprepared for this vile and unprecedented attack upon them. More than a dozen people were wounded in the frenzy as well. Sant Ramanand Ji unfortunately died the following day on the 25th of May 2009 from multiple gunshot wounds, and today marks the 11th anniversary of his death, of his untimely death.
And although, as we know, he left his teachings behind with him, he was a very personable character. He had a way of speaking. His personality appealed to people of all ages across the world. He did a lot for charity, of course. He founded charitable organizations, schools, health organizations such as eye hospitals. He founded the Guru Vidas Sangeet Academy, where he taught classical music and shabd to children. He visited London, Birmingham, the UK on many different occasions, where he spread Guru Vidas Ji's teachings. And although he is no longer physically here with us today, it's been 11 years since his untimely death, I think it's fair to say that his teachings are still left with us today. As we have seen his shabds, the way he sang, he had a way of speaking and approaching people. Again, he was very personable. And he's obviously no longer here with us because of the attack. But I think his noble thoughts will sort of always be here with us and to teach us and take us on the right path. Thank you, Tasha ji. ਅੱਜ ਬੇਸ਼ੱਕ ਸਾਡੇ ਕੋਲ 108 ਸ਼੍ਰੀ ਸੰਤ ਰਾਮਾਨੰਦ ਜੀ ਨਹੀਂ ਹਨ, ਪਰ ਉਹਨਾਂ ਦੀਆਂ ਯਾਦਾਂ ਸਾਡੇ ਕੋਲ ਹਨ। ਉਹਨਾਂ ਦੇ ਦੋ ਦਿੱਤਾ ਹੋਇਆ ਆਸ਼ੀਰਵਾਦ ਸਾਡੇ ਕੋਲ ਹੈ ਤੇ ਉਹਨਾਂ ਦੇ ਕਹੇ ਹੋਏ ਲਫ਼ਜ਼ ਸੰਗਤਾਂ ਦੇ ਕੰਨਾਂ ਵਿੱਚ ਗੂੰਜਦੇ ਹਨ। ਉਹ ਜਦ ਕਿਤੇ ਵੀ ਸਤਸੰਗ ਕਰਦੇ ਸਨ, ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਇਕੱਠੀ ਹੁੰਦੀ ਸੀ। ਕਿਤੇ ਵੀ ਗੁਰੂ ਘਰ ਬਣਾਉਣਾ ਹੁੰਦਾ ਸੀ, ਉਹ ਸਤਸੰਗ ਕਰਦੇ ਸੀ ਤੇ ਉੱਥੇ ਪੌਂਡਾਂ ਦਾ, ਡਾਲਰਾਂ ਦਾ ਤੇ ਸੋਨੇ ਦਾ ਢੇਰ ਲੱਗ ਜਾਂਦਾ ਸੀ। ਤੇ ਉਹਨਾਂ ਕਰਕੇ ਹੀ ਜੋ ਅੱਜ ਕੰਛੀ ਦੇ ਵਿੱਚ ਇੱਕ ਸੋਨੇ ਦੇ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਹੈ, ਉਹ ਇੱਕ ਉਹਨਾਂ ਦਾ ਹੀ ਆਸ਼ੀਰਵਾਦ ਹੈ। ਇੱਕ ਕੋਲ ਲੈਂਦੇ ਹਾਂ। ਹੈਲੋ, ਹਾਂਜੀ, ਜੈ ਗੁਰਦੇਵ ਜੀ, ਹੀਰ ਸਾਹਿਬ ਜੀ। ਜੈ ਗੁਰਦੇਵ, ਧੰਨ ਗੁਰਦੇਵ ਵੀਰ ਜੀ। ਕੌਣ ਤੇ ਕਿੱਥੋਂ ਬੋਲ ਰਿਹਾ ਜੀ? ਹਾਂਜੀ, ਮੈਂ ਚਮਨ ਲਾਲ ਬੋਲਦਾ ਜੀ, ਇੱਥੋਂ ਬੈਲਸਟੋਨ ਤੋਂ। ਹਾਂਜੀ, ਚਮਨ ਲਾਲ ਜੀ, ਇੱਥੇ ਵਾਲੇ ਕੀ ਸ਼ੇਮਾਰ ਜੀ? ਹਾਂਜੀ, ਕੀ ਮੈਸੇਜ? ਹੋਰ ਸੁਣਾਓ ਕਿੱਦਾਂ? ਤਾਂ ਜੀ ਬਾਬਿਆਂ ਦੇ ਸ਼ਹੀਦੀ ਪੁਰਬ ਤੇ ਮੈਂ ਆਪ ਸੰਗਤਾਂ ਦੇ ਨਾਲ ਦੁੱਖ ਸਾਂਝਾ ਕਰਨਾ ਚਾਹੁੰਦਾ ਹਾਂ ਜੀ। ਹਾਂਜੀ, ਤੇ ਸਭ ਤੋਂ ਪਹਿਲਾਂ ਕਾਸ਼ੀ ਟੀਵੀ ਦੇ ਸਰੋਤਿਆਂ ਨੂੰ, ਜਿੰਨੇ ਵੀ ਸੁਣ ਰਹੇ, ਮੈਂ ਉਹਨਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ ਕਹਿੰਦਾ ਹਾਂ ਜੀ। ਤੇ ਬਾਬੇ ਦੀ ਸ਼ਹੀਦੀ ਤੇ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਾ ਹਾਂ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ ਤੁਹਾਡੇ ਕੋਲ ਕਰਨ ਦਾ। ਭਜਨ ਸੀਗਾ 2 ਮਿੰਟ ਦਾ, ਜੇ ਟਾਈਮ ਹੋ ਗਿਆ ਜੀ, ਹੁਣ ਟਾਈਮ ਹੋ ਗਿਆ ਸਾਡਾ, 1 ਮਿੰਟ ਹੀ ਵਾਪਸ ਹੈ, ਬਾਕੀ ਹੈ। ਹਾਂ, ਚਲੋ ਠੀਕ ਹੈ। ਅਗਲੀ ਵਾਰੀ ਤੁਸੀਂ ਪ੍ਰੋਗਰਾਮ ਕਰਨਾ। ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਸੰਤਾਂ ਦੀ ਸ਼ਹੀਦੀ ਪੁਰਬ, ਜਿਹੜੇ ਵੀ ਵੀਰਾਂ ਭੈਣਾਂ ਨੇ ਸਾਨੂੰ ਅੱਜ ਫੋਨ ਕਰਕੇ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ, ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜੋ ਸੰਤਾਂ ਦੀ ਯਾਦ ਹੈ, ਸੰਤਾਂ ਦੇ ਆਦੇਸ਼ ਹਨ, ਜੋ ਅੱਜ ਦਾ ਕਾਲਾ ਦਿਨ ਹੈ, ਬਲੈਕ ਡੇ ਹੈ, 25 ਮਈ, ਉਹ ਹਿਸਟਰੀ ਦੇ ਵਿੱਚ ਇਹੋ ਜਿਹਾ ਉਗੜ ਕੇ ਸਾਹਮਣੇ ਆਵੇਗਾ ਕਿ ਲੋਕ ਇਸ ਦਿਨ ਨੂੰ ਇੱਕ ਹਿਸਟੋਰੀਕਲ ਦਿਨ ਬਣਾ ਜਾਣਗੇ, ਜਿਸ ਦਿਨ ਸੰਤਾਂ ਨੂੰ ਬੈਠਿਆਂ ਸਤਸੰਗ ਕਰਦਿਆਂ ਸ਼ਹੀਦ ਕਰ ਦਿੱਤਾ ਗਿਆ ਸੀ। ਤੇ ਅੱਜ ਅਸੀਂ ਸਮੁੱਚੀ ਸੰਗਤ ਦੇ ਵੱਲੋਂ, ਕੰਚੀ ਟੀਵੀ ਦੀ ਟੀਮ ਦੇ ਵੱਲੋਂ, ਅਸੀਂ ਉਹਨਾਂ ਨੂੰ ਚੁੱਕ ਕੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਤੇ ਉਹਨਾਂ ਦੇ ਲਾਏ ਹੋਏ ਬੂਟੇ, ਜੋ ਟੀਵੀ ਦੀ ਆਵਾਜ਼ ਹੈ, ਰੇਡੀਓ ਦੀ ਆਵਾਜ਼ ਹੈ, ਨਿਊਜ਼ਪੇਪਰ ਹੈ, ਅਸੀਂ ਉਸ ਨੂੰ ਚੱਲਦਾ ਰੱਖਣ ਦੇ ਲਈ ਤੁਹਾਡੇ ਅੱਗੇ ਰਿਕੁਐਸਟ ਕਰਦੇ ਰਹਿੰਦੇ ਹਾਂ ਕਿ ਕੌਮ ਦੀ, ਸਮਾਜ ਦੀ ਆਵਾਜ਼ ਹੈ, ਇਸ ਨੂੰ ਚੱਲਦਾ ਰੱਖਣ ਲਈ ਸਪੋਰਟ ਕਰੋ। ਜਿੱਥੇ ਵੀ ਤੁਸੀਂ ਕੋਈ ਮੈਸੇਜ ਦੇ ਸਕਦੇ ਹੋ, ਜਾਂ ਤੁਸੀਂ ਟੀਵੀ ਤੇ ਆ ਕੇ ਆਪਣੇ ਵੱਲੋਂ ਕੋਈ ਪ੍ਰੋਗਰਾਮ ਦੇ ਸਕਦੇ ਹੋ, ਜਿਸ ਤਰ੍ਹਾਂ ਭੈਣ ਭਰਾਵਾਂ ਨੇ ਅੱਜ ਫੋਨ ਕੀਤੇ ਹੈ, ਤੁਸੀਂ ਅੱਗੇ ਆਵੋ, ਡੋਨੇਸ਼ਨ ਵੀ ਦਿਓ, ਪੈਸੇ ਵੀ ਦਿਓ। ਪੈਸੇ ਤੋਂ ਬਿਨਾਂ ਮੀਡੀਆ ਨਹੀਂ ਚੱਲਦਾ। ਤੁਸੀਂ ਡਾਇਰੈਕਟ ਡੈਬਿਟ ਵੀ ਭਰੋ, ਉਸ ਦੇ ਨਾਲ ਇਕੱਠੇ ਹੋ ਕੇ ਖੜੇ ਵੀ ਹੋਵੋ। ਤੇ ਗੁਰੂ ਰਵਿਦਾਸ ਜੀ ਦਾ ਆਦੇਸ਼ ਹੈ, ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੂ ਮਖੀਰਾ, ਮਧੂ ਮੱਖੀਆਂ ਦੀ ਤਰ੍ਹਾਂ ਇਕੱਠੇ ਹੋ ਕੇ ਇਸ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਹੈ। ਤਾਸ਼ਾ ਜੀ, ਲਾਸਟ ਫਿਊ ਸੈਕਿੰਡ ਹਨ, ਕੀ ਮੈਸੇਜ ਦੇਣਾ ਤਾਸ਼ਾ ਜੀ? I just wanted to one of them just came to mind. Sant Ramanand ji said Sat Sangat Mile Madhu Jaise Madhu Mkhira, exactly as Guru Vidas Ji said, and he always lived by that, and I think that's something that we should follow as well in his footsteps. Thank you. ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਜੀ ਦੇ ਉਪਦੇਸ਼ਾਂ ਦੀ ਗੱਲ ਕੀਤੀ ਜਾਵੇ। ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਅਸੀਂ ਮਿਲਾਂਗੇ ਆਉਣ ਵਾਲੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ। ਤਦ ਤੱਕ ਆਪਣਾ ਖਿਆਲ ਰੱਖਣਾ। ਆਪ ਸਾਰਿਆਂ ਨੂੰ ਮੇਰੇ ਉਤਾਸ਼ਾ ਵੱਲੋਂ ਜੈ ਗੁਰਦੇਵ, ਧੰਨ ਗੁਰਦੇਵ। ਥੈਂਕ ਯੂ।